वाहिगुरू जी का खालसा वाहिगुरू जी की फतेह। सो गुरु प्यारी साध संगत जी, बहुत खुशी वाली गल है, अज रणजीत नगारा ते सिख रेफरेंस लाइब्रेरी US के ऑफिस में अति सत्कारयोग सचखंड श्री हजूर साहब जी के बड़ा लंबा समा हैड ग्रंथी की सेवा निभाने वाले सिंह साहिब ज्ञानी प्रताप सिंह जी साडे दरम्यान पहुंचे आ। उन्हों का जीवन आखदे नाल ही अति सत्कारयोग रागी भाई साहब भाई हरजीत सिंह जी वो भी साडे दरम्यान नाल बाबा अवतार सिंह ढंडेर जी होर गुरु के सिंह इत्थे पहुंचे आ। असीं सारिआं दा इत्थे आउण ते बहुत बहुत जीवन आखदे आ। मैं इस वेले सो सब तो पहला जो सारे रणजीत नगारा ते सिख रेफरेंस लाइब्रेरी US के हैड आ भाई सतप्रीत सिंह जी, सो सब तो पहला सिंह साहब जी ज्ञानी प्रताप सिंह जी का जो मान सत्कार सर्टिफिकेट ते उन्होंने इस वेले भेटा किया जा रहा भाई सतप्रीत सिंह नाल। बोले सो निहाल सिंह साहब नूं मेरी बख्श, बोले सो निहाल नाल सत्कारयोग भाई हरजीत सिंह जी रागी जी, सो उन्होंने भी इस वेले सर्टिफिकेट ते नाल सरोपे दी बख्श सिंह साहब जी नाल बेनती है। हाँ जी, बोले सो निहाल। सो हुण मैं दास भाई सतप्रीत सिंह जी हुणां नूं बेनती करदे हां कि ਉਹ ਸਿੰਘ ਸਾਹਿਬ जी नाल कुछ सवाल ਜਿਹੜੇ ਆ ਉਹ ਕਰਨਗੇ। ਵਾਹਿਗੁਰੂ जी का खालसा ਵਾਹਿਗੁਰੂ जी की फतेह। ਵਾਹਿਗੁਰੂ जी का खालसा ਵਾਹਿਗੁਰੂ जी की फतेह। सब तो पहला ਤਾਂ ਅਸੀਂ अति ਧੰਨਵਾਦੀ ਹਾਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿ ਸਾਨੂੰ ਇਹ ਉਦਮ ਤੇ ਉਪਰਾਲੇ ਕਰਨ ਦੀ ਬਖਸ਼ਿਸ਼ ਕੀਤੀ ਤੇ ਨਾਲ ਦੀ ਨਾਲ ਜਿਨ੍ਹਾਂ ਸਿੰਘਾਂ ਨੇ ਉਹਨਾਂ ਦੇ ਸਥਾਨਾਂ ਤੇ ਜਿਵੇਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਲੰਬਾ ਸਮਾਂ ਸੇਵਾ ਕੀਤੀ, ਉਹਨਾਂ ਦੇ ਚਰਨ ਪਾਸੋਂ ਦਾ ਸਾਨੂੰ ਮੌਕਾ ਮਿਲਿਆ। ਇਹਨਾਂ ਚੀਜ਼ਾਂ ਦੇ ਨਾਲ ਸਾਨੂੰ ਬੜਾ ਉਤਸ਼ਾਹ ਮਿਲਦਾ ਹੈ ਤੇ ਨਾਲ ਇੱਕ ਮਾਣ ਮਹਿਸੂਸ ਹੁੰਦਾ ਹੈ ਕਿ ਅਕਾਲ ਪੁਰਖ ਨੇ ਕਿੰਨੀ ਬਖਸ਼ਿਸ਼ ਕੀਤੀ ਹੈ, ਅਸੀਂ ਉਹਨਾਂ ਦੀ ਨਿਗਾਹ ਦੇ ਵਿੱਚ ਹਾਂ। ਜਿਵੇਂ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਰਣਜੀਤ ਨਗਾਰਾ ਜਾਂ ਖਾਲਸਾ ਨਿਊਜ਼ ਤੇ ਪੋਡਕਾਸਟ ਵਿੱਚ ਅਸੀਂ ਵੱਖ-ਵੱਖ ਸਮੇਂ ਤੇ ਜਿੰਨੇ ਵੀ ਵਿਦਵਾਨ ਹੁੰਦੇ ਹਨ ਉਹਨਾਂ ਦੇ ਨਾਲ ਵਿਚਾਰ ਕਰਦੇ ਹਾਂ ਤੇ ਨਾਲ ਹੀ ਉਹਨਾਂ ਕੋਲੋਂ ਸਿੱਖਣ ਨੂੰ ਸਾਨੂੰ ਬਹੁਤ ਕੁਝ ਮਿਲਦਾ ਹੈ। ਜੋ ਅਸੀਂ ਸਿੱਖਦੇ ਹਾਂ ਉਹ ਚਾਹੁੰਦੇ ਹਾਂ ਕਿ ਬਾਕੀ ਦੁਨੀਆ ਤੱਕ ਵੀ ਪਹੁੰਚੇ, ਨਾ ਕਿ ਕੇਵਲ ਪੰਜਾਬ ਇੰਡੀਆ। ਅਸੀਂ ਚਾਹੁੰਦੇ ਹਾਂ ਕਿ ਉਹ ਯੂਰਪ ਇੰਗਲੈਂਡ ਜਾਂ USA ਕੈਨੇਡਾ ਸਾਰਿਆਂ 'ਤੇ ਹੀ ਜਾਵੇ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਇਸ ਮਾਧਿਅਮ ਦੁਆਰਾ ਦਿੰਦੇ ਹਾਂ। ਅਸੀਂ ਖਾਲਸਾ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪ ਜੀ ਨੇ ਸੱਚਖੰਡ ਵਿੱਚ ਬਹੁਤ ਲੰਬਾ ਸਮਾਂ ਸੇਵਾ ਕੀਤੀ, ਜਿਹੜਾ ਸੱਚਖੰਡ ਹਜੂਰ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਸਾਇਆ ਹੈ। ਜ਼ਿਆਦਾ ਚਿਰ ਲੰਬਾ ਸਮਾਂ ਸੇਵਾ ਕਰਦੇ ਹਾਂ, ਆਪ ਜੀ ਸਾਨੂੰ ਕੁਝ ਇਹੋ ਜਿਹੇ ਪਲ ਸਾਡੇ ਨਾਲ ਸਾਂਝੇ ਕਰੋ ਜਿਹੜੇ ਕਿ ਆਪ ਦੇ ਆਪਣੇ ਹੱਡ ਬੀਤੀ ਹੋਣ, ਆਪ ਨੇ ਹੰਢਾਏ ਹੋਣ, ਜਿਸ ਤੋਂ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਮਾਲਕ ਸ਼ਹਿਨਸ਼ਾਹ 1708 ਵਿਕਰਮੀ ਵਿੱਚ 1708 ਈਸਵੀ ਵਿੱਚ ਸੰਸਾਰ ਦੇ ਲੋਕਾਂ ਦਾ ਭਲਾ ਕਰਦੇ ਹੋਏ ਅਤੇ ਦੁਸ਼ਟਾਂ ਦੋਖੀਆਂ ਦਾ ਨਾਸ਼ ਕਰਦੇ ਹੋਏ ਨੰਦੇੜ ਦੀ ਪਾਵਨ ਪਵਿੱਤਰ ਧਰਤੀ ਤੇ ਗਏ। ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਧਰਤੀ ਨੂੰ ਨਗੀਨੇ ਘਾਟ ਵਾਲੇ ਅਸਥਾਨ ਤੋਂ ਤੀਰ ਮਾਰ ਕੇ ਪ੍ਰਗਟ ਕੀਤਾ, ਕਿਉਂਕਿ ਇੱਕ ਦਿਨ ਮੌਜ ਵਿੱਚ ਆਏ ਸੱਚੇ ਪਾਤਸ਼ਾਹ ਆਪਣੇ ਪਿਆਰੇ ਸਿੰਘਾਂ ਨੂੰ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ ਆਦਿਕ ਨਾਲ ਸਨ। ਉਹਨਾਂ ਨਾਲ ਬਚਨ ਕੀਤਾ, ਭਾਈ ਅਸੀਂ ਪਹਿਲੀ ਵਾਰ ਨਹੀਂ ਇੱਥੇ ਆਏ, ਇਹ ਸਾਡੇ ਸਤਯੁਗ ਦੀ ਤਪੋ ਭੂਮੀ ਹੈ, 9 ਨੰਦਾਂ ਦੀ ਧਰਤੀ ਹੈ। ਖਾਲਸੇ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਕਿਰਪਾ ਕਰਕੇ ਉਸ ਅਸਥਾਨ ਦੇ ਦਰਸ਼ਨ ਕਰਾਓ ਜਿੱਥੇ ਸਤਯੁਗ ਦੇ ਵਿੱਚ ਆਪ ਤਪ ਕਰਦੇ ਰਹੇ। ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਅਸੀਂ ਭਾਈ ਤੀਰ ਚਲਾਵਾਂਗੇ, ਜਿੱਥੇ ਜਾ ਕੇ ਤੀਰ ਡਿੱਗੂਗਾ ਉਹ ਸਾਡੀ ਸਤਯੁਗ ਦੀ ਤਪੋ ਭੂਮੀ ਹੈ, 9 ਨੰਦਾਂ ਦੀ ਧਰਤੀ ਹੈ। ਪਾਤਸ਼ਾਹ ਨੇ ਤੀਰ ਚਲਾਇਆ, ਸਿੰਘ ਗਏ, ਜਾ ਕੇ ਵੇਖਿਆ ਜਿੱਥੇ ਤੀਰ ਡਿੱਗਾ ਉੱਥੇ ਇੱਕ ਮਸਜਿਦ ਬਣੀ ਹੋਈ ਹੈ। ਤੇ ਪਾਤਸ਼ਾਹ ਮਹਾਰਾਜ ਨੇ ਵਿਚਾਰਿਆ ਕਿ ਇੱਥੇ ਸਿੰਘਾਂ ਦਾ ਜੰਗ ਯੁੱਧ ਨਾ ਹੋਵੇ, ਬਹਾਦਰ ਸ਼ਾਹ ਦੇ ਨਾਲ ਰਹਿ ਕਰਕੇ ਉਹ ਜਿਨ੍ਹਾਂ ਦੀ ਧਰਤੀ ਸੀ ਉਹ ਧਰਤੀ ਸਤਿਗੁਰਾਂ ਨੇ ਮੋਹਰਾਂ ਵਿਛਾ ਕੇ ਤੇ ਉਹ ਧਰਤੀ ਨੂੰ ਮੁੱਲ ਖਰੀਦਿਆ। ਜੋ ਇਤਿਹਾਸ ਮੁਤਾਬਕ 2 ਅਸਥਾਨ ਐਸੇ ਹਨ ਜਿਨ੍ਹਾਂ ਨੂੰ ਗੁਰਸਿੱਖਾਂ ਤੇ ਗੁਰਾਂ ਨੇ ਮੋਹਰਾਂ ਵਿਛਾ ਕੇ, ਜਿਵੇਂ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰੀ ਜੀ, ਉਹਨਾਂ ਦੇ ਸੰਸਕਾਰ ਵਾਸਤੇ ਗੁਰਮੁਖਾਂ ਨੇ ਉਹ ਜਗ੍ਹਾ ਖਰੀਦੀ। ਸਾਧ ਸੰਗਤ ਜੀ ਖੜੇ ਰੁਕਦੀਆਂ ਮੋਹਰਾਂ ਰੱਖ ਕੇ, ਇਸੇ ਤਰ੍ਹਾਂ ਬਹਾਦਰ ਸ਼ਾਹ ਨਾਲ ਵਿਚਾਰ ਕਰਕੇ ਗੁਰੂ ਕਲਗੀਧਰ ਜੀ ਨੇ ਮੋਹਰਾਂ ਵਿਛਾ ਕੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਾਲੀ ਧਰਤੀ ਜਿਹੜੀ ਹੈ ਉਹਨੂੰ ਖਰੀਦਿਆ
ਕਿ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜ਼ਬਰਦਸਤੀ ਸਾਡਾ ਇਹ ਘਰ ਮੱਲਣਾ ਚਾਹੁੰਦੇ ਆ, ਮਸਜਿਦ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਜਿਸ ਵੇਲੇ ਉਹ ਧਰਤੀ ਖਰੀਦ ਕੇ ਖੋਦਿਆ ਤੇ ਥੱਲੇ ਮਹਾਰਾਜ ਦਾ ਕਰਮੰਡਲ, ਮਾਲਾ ਤੇ ਧੂਣਾ ਆਦਿਕ ਜੋ ਸਤਿਯੁਗ ਦੀ ਮਰਜ਼ਾਦਾ ਸੀ ਤਪੱਸਿਆ ਦੀ, ਉਹ ਸਾਰੇ ਚਿੰਨ੍ਹ ਪ੍ਰਗਟ ਹੋਏ ਤੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ। ਬਹਾਦਰ ਸ਼ਾਹ ਜਿਸ ਵੇਲੇ ਉੱਥੋਂ ਵਾਪਸ ਲੱਗਾ, ਜਾਣ ਕਿਉਂਕਿ ਸਤਿਗੁਰੂ ਜੀ ਦੱਖਣ ਦੀ ਧਰਤੀ ਨੂੰ ਗਏ ਹੀ ਬਹਾਦਰ ਸ਼ਾਹ ਦੇ ਕਹਿਣ ਤੇ ਸੀ, ਔਰ ਬਹਾਨਾ ਮਹਾਰਾਜ ਨੇ ਹਿਰਦੇ ਵਿੱਚ ਰੱਖਿਆ ਸੀ ਕਿ ਅਸੀਂ ਸਤਿਯੁਗ ਦਾ ਸਥਾਨ ਪ੍ਰਗਟ ਕਰਨਾ ਹੈ ਤੇ ਆਪਣਾ ਸਰੀਰ ਦਾ ਜਿਹੜਾ ਅਲੋਪ ਹੋਣ ਦਾ ਜਗ੍ਹਾ ਹੈ ਉਹ ਨੌ ਨੰਦਾਂ ਦੀ ਧਰਤੀ ਗੋਦਾਵਰੀ ਦੇ ਕਿਨਾਰੇ ਤੇ ਕਰਨਾ ਹੈ। ਇਸ ਵਾਸਤੇ ਪਾਤਸ਼ਾਹ ਨੇ ਇਹ ਬਹਾਨਾ ਕੀਤਾ। ਸਾਰੇ ਗੋਲਕੁੰਡਾ ਆਦਿਕ ਦੇ ਉਹ ਜਿਹੜੇ ਰਾਜੇ ਸੀਗੇ ਉਹ ਕਬਜ਼ੇ ਛੁਡਾ ਕੇ ਬਹਾਦਰ ਸ਼ਾਹ ਦੇ ਦੀਨ ਕਰਕੇ ਫਿਰ ਪਾਤਸ਼ਾਹ ਨੂੰ ਬਹਾਦਰ ਸ਼ਾਹ ਕਹਿਣ ਲੱਗਾ, ਮਹਾਰਾਜ ਹੁਣ ਆਪਾਂ ਵਾਪਸ ਚੱਲੀਏ। ਸਾਰੇ ਮੋਰਚੇ ਫਤਿਹ ਹੋ ਗਿਆ ਆਪਦੀ ਕਿਰਪਾ ਦੇ ਨਾਲ, ਕੋਈ ਰਾਜਾ ਆਕੀ ਨਹੀਂ ਰਿਹਾ। ਤੇ ਗਰੀਬ ਨਵਾਜ ਕਹਿਣ ਲੱਗੇ, ਬਹਾਦਰ ਸ਼ਾਹ ਅਸੀਂ ਹੁਣ ਇੱਥੋਂ ਵਾਪਸ ਨਹੀਂ ਜਾਣਾ ਕਿਉਂਕਿ ਸਾਡੇ ਸਤਿਯੁਗ ਦੀ ਤਪੋ ਭੂਮੀ ਹੈ, ਅਸੀਂ ਇੱਥੇ ਹੀ ਰਵਾਂਗੇ। ਮਹਾਰਾਜ ਇਹ ਤੇ ਬੜਾ ਭਿਆਨਕ ਜਿਹਾ ਅਸਥਾਨ ਹੈ, ਜਗ੍ਹਾ ਹੈ, ਜੰਗਲ ਵੇਲੇ ਨੇ, ਕੋਈ ਆਪਣਾ ਸਿੱਖ ਨਹੀਂ ਹੈ ਇਤਿਹਾਸਕ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ ਸਾਡਾ ਸਤਿਯੁਗ ਦਾ ਸਥਾਨ ਹੈ, ਅਸੀਂ ਹੁਣ ਇੱਥੇ ਹੀ ਬਰਾਜਾਂਗੇ। ਨਗੀਨੇ ਘਾਟ ਆਸਣ ਰੱਖਿਆ। ਫਿਰ ਮਹਾਰਾਜ ਨੇ ਕੌਤਕ ਕੀਤੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਤੇ ਕਥਾ ਤੇ ਬੜੀ ਲੰਮੀ ਹੈ, ਜਿੰਨਾ ਮਰਜੀ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਦਾ ਇੱਕ ਇੱਕ ਪਲ ਜਿਹੜਾ ਹੈ ਉਹ ਹਜ਼ਾਰਾਂ ਸਾਲ ਹੀ ਉਹਦੇ ਉੱਤੇ ਵਿਚਾਰ ਕਰੀ ਜਾਈਏ ਤੇ ਉਹਨਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਧੰਨ ਕਲਗੀਧਰ ਪਾਤਸ਼ਾਹ ਉਹਨਾਂ ਦੀਆਂ ਤਾਕਤਾਂ ਸ਼ਕਤੀਆਂ ਨੂੰ ਉਹ ਆਪ ਹੀ ਜਾਣਦੇ ਨੇ, ਕੋਈ ਦੂਜਾ ਮਨੁੱਖ ਨਹੀਂ ਜਾਣ ਸਕਦਾ। ਤੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਧ ਸੰਗਤ ਜੀ 1708 ਦੇ ਵਿੱਚ ਇੱਕ ਦਿਨ ਖਾਲਸੇ ਨੂੰ ਹੁਕਮ ਕੀਤਾ ਵੀ ਖਾਲਸਾ ਜੀ ਅਸੀਂ ਹੁਣ ਆਪਣਾ ਸਰੀਰ ਅਲੋਪ ਕਰਨਾ ਹੈ। ਸਿੰਘ ਵਿਰਾਗਮਈ ਹੋ ਗਏ, ਕਹਿਣ ਲੱਗੇ, ਸੱਚੇ ਪਾਤਸ਼ਾਹ ਸਾਨੂੰ ਪ੍ਰਦੇਸ਼ ਵਿੱਚ ਲਿਆ ਕੇ ਤੇ ਵਿਛੋੜਾ ਦੇ ਚੱਲੇ ਹੋ, ਸਾਡੀ ਬਾਂਹ ਕਿਹਨੂੰ ਫੜਾ ਕੇ ਚੱਲੇ ਹੋ, ਅਸੀਂ ਕਿਹਦੇ ਆਸਰੇ ਤੇ ਰਹਾਂਗੇ। ਉਸ ਵੇਲੇ ਜੋ ਇਤਿਹਾਸ ਅਤੇ ਸੀਨੇ ਪਸੀਨੇ ਕਥਾ ਚੱਲੀ ਆਉਂਦੀ ਹੈ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਕਰਵਾਏ। ਭਾਈ ਧਰਮ ਸਿੰਘ ਜੀ ਪਿਆਰੇ ਜਿਹੜੇ ਸੀਗੇ ਉਹਨਾਂ ਨੂੰ ਤਾਬਿਆ ਬਿਠਾਇਆ। ਆਪ ਸਤਿਗੁਰਾਂ ਨੇ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਰੇ ਖਾਲਸੇ ਪ੍ਰਤੀ ਹੁਕਮਨਾਮਾ ਬਖਸ਼ਿਆ ਕਿ ਖਾਲਸਾ ਜੀ ਅੱਜ ਤੋਂ ਬਾਅਦ ਤੁਹਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ। ਹੁਣ ਦੇਹ ਦੇ ਵਿੱਚ ਨਹੀਂ ਗੁਰੂ ਤੁਹਾਡਾ ਹੋਵੇਗਾ, ਹੁਣ ਇਹ ਗਿਆਨ ਤੁਹਾਡਾ ਗੁਰੂ ਹੋਵੇਗਾ, ਧੰਨ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਹੋਣਗੇ। ਅੱਜ ਤੋਂ ਬਾਅਦ ਮੈਂ ਆਤਮਾ ਕਰਕੇ ਗ੍ਰੰਥ ਵਿੱਚ ਤੇ ਸਰੀਰ ਕਰਕੇ ਪੰਥ ਵਿੱਚ ਵਿਚਰਾਂਗਾ। ਜਿੰਨਾ ਵੀ ਖਾਲਸਾ ਪੰਥ ਹੈ ਉਹ ਮੇਰਾ ਸਰੀਰ ਹੈ, ਔਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਮੇਰੀ ਆਤਮਾ ਹੈ। ਜੇ ਕੋਈ ਮੇਰੇ ਨਾਲ ਬਚਨ ਕਰਨ ਦੀ ਇੱਛਾ ਰੱਖਦਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਿਆ ਕਰੇ, ਉਹਦੇ ਬਚਨ ਸਾਡੇ ਨਾਲ ਹੋ ਜਾਇਆ ਕਰਨਗੇ। ਤੇ ਐਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਕਿਰਪਾ ਕੀਤੀ, ਅਸਥਾਨ ਪ੍ਰਗਟ ਕੀਤਾ। ਇੱਕ ਬੇਨਤੀ ਜ਼ਰੂਰ ਕਰਾਂ ਸਾਧ ਸੰਗਤ ਜੀ, ਜਦ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਹਜ਼ੂਰ ਸਾਹਿਬ ਨੂੰ ਚਾਲੇ ਪਾਏ ਸੀਗੇ, ਬੜੇ ਕੌਤਕ ਰਸਤੇ ਵਿੱਚ ਆਗਰੇ ਬਹਾਦਰ ਸ਼ਾਹ ਨੂੰ ਵੀ ਮਿਲੇ ਨੇ ਮਹਾਰਾਜ, ਤੇ ਉੱਥੋਂ ਫਿਰ ਅੱਗੇ ਰਾਜਪਤਾਨੇ ਵੇਚਦੀ ਹੁੰਦੇ ਹੋਏ ਹਜ਼ੂਰ ਸਾਹਿਬ ਪਹੁੰਚੇ। ਜਿੰਨੀ ਮਰਜ਼ਾਦਾ ਹੈ ਪੰਥ ਦੀ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹਜ਼ੂਰ ਸਾਹਿਬ ਉੱਥੇ ਪ੍ਰਚਲਿਤ ਕੀਤੀ। ਤੇ ਜਿੰਨੀ ਵੀ ਮਰਜ਼ਾਦਾ ਅੱਜ ਤੱਕ ਉਵੇਂ ਜਿਵੇਂ ਜਿੰਨੀ ਸਤਿਗੁਰੂ ਜੀ ਦੇ ਸਰੀਰ ਹੁੰਦੇ ਆ ਉਹ ਮਰਜ਼ਾਦਾ ਸੀ, ਉਸੇ ਤਰ੍ਹਾਂ ਅੱਜ ਮਰਜ਼ਾਦਾ ਚੱਲੀ ਆਉਂਦੀ ਹੈ। ਜਿਸ ਤਰ੍ਹਾਂ ਪਾਤਸ਼ਾਹ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਦੇ, ਦਾਤਨ ਕੁਰਲਾ ਕਰਦੇ, ਇਸੇ ਤਰ੍ਹਾਂ ਫਿਰ ਬਸਤਰ ਸ਼ਸਤਰ ਪਹਿਨਦੇ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਤਖਤ ਸਾਹਿਬ ਦਾ ਇਸ਼ਨਾਨ ਸਤਿਗੁਰਾਂ ਦਾ ਸਰੂਪ ਜਾਣ ਕੇ 2 ਗਾਗਰਾਂ, ਇੱਕ ਗਾਗਰ ਜਿਹੜੀ ਹੈ ਜਿਹੜਾ ਬੌੜਾ ਖੂਹ ਹੈ ਉੱਥੇ ਤਖਤ ਸਾਹਿਬ ਦੇ ਅੰਦਰ, ਉੱਥੋਂ ਜਲਦੀ ਆਉਂਦੀ ਹੈ। ਇੱਕ ਗਾਗਰ ਗੋਦਾਵਰੀ ਨਦੀ ਦੇ ਵਿੱਚੋਂ ਭਰ ਕੇ ਲਿਆਂਦੀ ਜਾਂਦੀ ਹੈ। ਜਥੇਦਾਰ ਜੀ ਸਿੰਘ ਸਾਹਿਬ ਜੀ ਉਹ ਇਸ਼ਨਾਨ ਕਰਾਉਂਦੇ ਨੇ ਸਤਿਗੁਰਾਂ ਦੇ। ਜਿਵੇਂ ਸਤਿਗੁਰੂ ਜੀ ਬਸਤਰ ਪਹਿਨਦੇ ਇਸੇ ਤਰ੍ਹਾਂ ਹੀ ਬਸਤਰ ਉੱਤੇ ਪਹਿਨਾਏ ਜਾਂਦੇ, ਜਿਵੇਂ ਸ਼ਸਤਰ ਪਹਿਨਦੇ ਇਸੇ ਤਰ੍ਹਾਂ ਸ਼ਸਤਰ ਉੱਤੇ ਮਹਾਰਾਜ ਦੇ ਸਜਾਏ ਜਾਂਦੇ। ਜਿਸ ਤਰ੍ਹਾਂ ਸੱਚੇ ਪਾਤਸ਼ਾਹ ਤਿਆਰ ਬਰ-ਤਿਆਰ ਹੋ ਕੇ ਸੰਗਤਾਂ ਵਿੱਚ ਦੀਵਾਨ ਵਿੱਚ ਹਾਜ਼ਰੀ ਭਰਦੇ, ਇਸ ਤਰ੍ਹਾਂ ਜਦੋਂ ਸਵੇਰੇ ਕੁਆੜ ਖੁੱਲ੍ਹਦੇ, ਦਰਵਾਜ਼ੇ ਖੁੱਲ੍ਹਦੇ ਤਖਤ ਸਾਹਿਬ ਦੇ ਤਕਰੀਬਨ 6 ਵਜੇ, 6:15 ਰੁੱਤ ਦੇ ਹਿਸਾਬ ਨਾਲ 15-15 ਮਿੰਟ ਅੱਗੇ ਪਿੱਛੇ ਸਮਾਂ ਹੁੰਦਾ ਰਹਿੰਦਾ, ਤੇ ਉਹ ਮਹਾਰਾਜ ਦਾ ਸਰੂਪ ਜਿਹੜਾ ਹੈ ਉਹ ਬਾਹਰ ਆਦਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ, ਸੰਗਤ ਸ਼ਬਦ ਪੜ੍ਹਦੀ ਆਉਂਦੀ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ,
गावते उधरे सुनते उधरे बिन से पाप कनेरे पशु प्रेत मुग्ध को तारे पाहन पारे उतारे नानक दास तेरी सरनाई सदा सदा बलिहारे। पहला ਸਰੂਪ लिया के ग्रंथी सिंह जी ਵੱਡੀ सोने की पालकी में ਸੁਭਾਇਮਾਨ ਕਰਦੇ। इसे तरह फिर सिंह साहब जथेदार साहब जी 10वें श्री गुरु ग्रंथ साहब जी का ਸਰੂਪ ਜਿਹੜਾ है वो ग्रंथी सिंह जी ਨੂੰ अंदरों हाजिर करते भेटा करते। ग्रंथी सिंह जी अपने शीश से सारे स्थानों ते साध संगत जी चौर एक झुलता है। धन गुरु ग्रंथ साहिब महाराज की कृपा तख्त सचखंड श्री हजूर साहिब विखे 2 चौर झुलते आते ने गुरु ग्रंथ साहब ने। एक सिंह अगों चौर चलाता जाता है, एक पिछे चौर चलाता जाता है, तो जाके प्रकाशमान होंगे ने। श्री गुरु ग्रंथ साहब जी रागी सिंह कीर्तन करते। जब गुरु ग्रंथ साहब जी प्रकाशमान हो जाते तो रागी सिंह कीर्तन बंद कर देंगे। फिर महाराज का हुक्मनामा होंदा। फिर रागी अरदासां होंदियां जो संगतां भेटावां लैके जांदियां। जिवें सतगुरां दे शरीर होंदे मेवड़ा अरदासां करया करदा, इसे तरह मीत पुजारी सिंह जिहड़े ने वो आईयां संगतां दीयां भेटावां दीयां अरदासां करदे। फिर कीर्तन होंदा है। ग्रंथी सिंह जी दसम महाराज का प्रकाश करते तो कीर्तन बंद हो जाता है, तो फिर हुक्मनामा लिया जाता है। साध संगत जी उत्थे जो रौनकां धन कलगीधर पातशाह महाराज दियां, मैं लंबा समा हुण मैं किन्ने साल गिण के दसां उत्थे सेवा की। उत्थों के कौतक कहो कबीर गूंगे गुड़ खाया पूछे दे क्या कहिए, ये भाई साहब ने कहा है। साध संगत जी वर्णन नहीं किया जा सकता गुरु के कौतकां नूं। उत्थे इहो ही कौतक है सब तो वड्डा। बंदा आपदे घरों किते जाता है ना 2 दिन रहिंदा है, तीजे दिन घर नूं भजदा, भावें उहदा रिश्तेदारी विच किन्ना सत्कार मान होवे, उहदा जी नहीं लगदा बाहर जाके अपने घुरने नूं घर नूं दौड़ां लाउंदा। धन कलगीधर पिता दे पास संगत जांदी महीना महीना सवा सवा महीना, फिर भी उत्थों जदों तुरदे वो रोंदे आउंदे भी साडा दिल नहीं करदा वापस जाण नूं। साक्षात कलगीधर पातशाह महाराज का जिहड़ा है सो उत्थे पहरा है। धन कलगीधर पातशाह उत्थे वसदे ने। हर प्राणी दे नाल बच्चे बच्चियां बजुर्गां नौजवानां बीबियां दे नाल उत्थे सच्चे पातशाह जाणो वसदे है ते उन्हां नूं अपने गल नाल लाउंदे। इन्ना प्यार दिंदे हजूर साहब तुरन नूं जी नहीं करदा किसी दा, जिन्ने भी यात्रु यात्रा करन जांदे। जिस तरह कलगीधर पातशाह महाराज ने मेहर कीती, संगत उत्थों सारा मर्यादा जिहड़ी है पंजाब विचों हजूर साहब की धरती ते शुरू कीती ते उत्थों सिंह आए महाराज के पास। जदों विछोड़ा पै गया तो दिल नहीं लगता। भाई साहब सिंह जी प्यारे नहीं प्यारे तो शहीद हो गए सी चमकौर की कड़ी में। ये जथेदार से सिंघां दे भाई साहब सिंह जी तकरीबन 100 सिंघां का जथा लैके ये पंजाब में आए। भाई राम कौर जी बाबा गुरबख्श सिंह बाबा बुढ़ा साहब जी के वंशज, उन्होंने आण के बेनती की सी महाराज सतगुरु जी भाणा वरता गए है, साडा दिल नहीं लगता, गुरु पातशाह दे को वचन सुनाओ। फिर बाबा गुरबख्श सिंह भाई राम कौर जी ने कलगीधर पातशाह के वचन सुनाए। भाई साहब सिंह जी लिखी जाते हैं। वो लिखत तो ही अगे साध संगत जी कविता का रूप सो ज्ञानी संतोख सिंह जी कवि राज नूर दी नगर दे होए तरनताਰਨ साहब के कोल बहुत विद्वान चढ़ती जवानी में ही उन्हें सवावां करके शरीर त्याग दिता सी। मूल पोथियां जिहड़ियां ने वो तख्त श्री अकाल तख्त साहब ते भेटा कर दित्तियां सी। भाई साहब ने पूछा है कि उत्थों का कोई कौतक, कोई इदों वड्डा कौतक की हो सकता है। लोग घर तो दूर जाके 2 या 3 दिन 4 दिन हफ्ते बाद तो छुट के भजते हैं, तो उत्थे साल साल भी कई सिंह रहिंदे, संगतां रहिंदियां सेवा करदियां, तुरन लगियां रोंदे आउंदे, जी नहीं करता। जिवें कोई जबरदस्ती गड्डी 'च फड़ के बिठाउंदा, जी नहीं करता। इस तरह संगत वरलाप करदी आउंदी कि साडे पिता दे कोलों साडा विछोड़ा पै रहा। ये सब तो वड्डी कला है, जारी कला धन गुरु कलगीधर पातशाह महाराज की। जिहड़ा भी सिख हजूर साहब जाता है सरदा करके उन्होंने पातशाह के गल नाल लाउंदे, प्यार दिंदे, सब दुनिया के दुख भुल जाता है। जिहड़ा भी हजूर साहब जाता है, जिहड़ा भी अरदास करता है, सच्चे पातशाह उहदी अरदास पूरी करते हैं। साध संगत जी प्राण के बचैया दूध पूत के देवैया, रोग सोग के मिटैया किदो मानी मान हो। ऐसे धन कलगीधर पातशाह मैं उन्होंने कौतक वर्णा ते साध संगत जी तारे गणे जा तेरे तारे ना गणात है। आकाश के तारे ते गिने जा सकते, साइंस का युग है।
ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੌਤਕ ਜਿਹੜੇ ਆ ਉਹ ਸੰਗਤ ਜੀ ਕਹਿ ਨਹੀਂ ਜਾ ਸਕਦੇ। ਤੂੰ ਪਰੇ ਪਰੇ ਅਪਰੰਪਰ ਸੁਆਮੀ, ਐਸੇ ਹਨ ਕਲਗੀਧਰ ਪਾਤਸ਼ਾਹ ਮਹਾਰਾਜ। ਅਤੇ ਉਹਨਾਂ ਦੇ ਕੌਤਕ ਉਹ ਜਿਵੇਂ ਗੂੰਗੇ ਦੇ ਮਠਿਆਈ ਖਾਣ ਵਾਂਗੂ ਉਹ ਖੁਸ਼ੀ ਤੇ ਜ਼ਾਹਰ ਕਰ ਸਕਦਾ ਪਰ ਬੋਲ ਕੇ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਧੰਨ ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਨੂੰ ਅਨੁਭਵ ਕਰ ਸਕਦੇ ਹਾਂ। ਉਹਨਾਂ ਦਾ ਪਿਆਰ ਵਿਰਾਗ ਅੱਖਾਂ ਥਾਣੀ ਛਲਕਦਾ ਹੈ ਪਰ ਉਹ ਜ਼ਬਾਨ ਤੋਂ ਬੋਲ ਕੇ ਨਹੀਂ ਦੱਸਿਆ ਜਾ ਸਕਦਾ। ਸੋ ਇਹਨਾਂ ਸਿੰਘਾਂ ਦਾ ਨਾਮ ਕੀ? ਭਾਈ ਸਤਿਪੁਰ ਸਿੰਘ। ਸਤਿਪੁਰ ਸਿੰਘ ਜੀ, ਜਿਨ੍ਹਾਂ ਨੇ ਬੜਾ ਵੱਡਾ ਉਦਮ ਕੀਤਾ ਹੈ। ਜਗਤ ਮਾਤਾ ਸਾਹਿਬ ਦੇਵਾਂ ਜੀ ਦਾ ਅਸਥਾਨ ਰੋਹਤਾਸ ਦੇ ਕਿਲੇ ਵਿੱਚ ਗਏ। ਕਹਿੰਦੇ ਸਾਡੇ ਮਨ ਨੂੰ ਬੜਾ ਵਿਰਾਗ ਆਇਆ। ਸਾਰੇ ਪੰਥ ਦੀ ਮਾਤਾ ਸਾਹਿਬ ਦੇਵਾਂ ਜੀ ਤੇ ਉਹਨਾਂ ਦਾ ਜਨਮ ਅਸਥਾਨ ਤੇ ਬੜਾ ਉਦਮ ਕੀਤਾ ਇਹਨਾਂ ਨੇ, ਅੱਗੇ ਵੀ ਕਰ ਰਹੇ ਨੇ ਬਹੁਤ ਜ਼ਿਆਦਾ। ਭਾਈ ਰਣਜੀਤ ਸਿੰਘ ਹੋਣੀ ਮੇਰੇ ਨਾਲ ਖੜੇ ਆ, ਬਹੁਤ ਵੱਡਾ ਇਹਨਾਂ ਦਾ ਉਪਰਾਲਾ ਹੈ। ਇਹ ਦੋਵੇਂ ਭਾਈ ਆਪਸ ਵਿੱਚ ਮਿਲ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਕਿਸਤਾਨ ਦੇ ਅਸਥਾਨਾਂ ਦੀ ਸੇਵਾ ਦੇ ਵਿੱਚ ਰੁੱਝੇ ਹੋਏ ਨੇ। ਸੱਚੇ ਪਾਤਸ਼ਾਹ ਇਹਨਾਂ ਗੁਰਮੁਖਾਂ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣ। ਨਾਲ ਲਾਇਬ੍ਰੇਰੀ ਬਹੁਤ ਸੁੰਦਰ ਦਰਸ਼ਨਦਾਸ ਕਰਕੇ ਆਇਆ ਹੈ, ਬਹੁਤ ਸੁੰਦਰ। ਉਹਦਾ ਲਾਭ ਹੈ ਕਿਸੇ ਗੁਰੂ ਕੇ ਪਿਆਰੇ ਨੂੰ ਇਹ 7 ਸਮੁੰਦਰੋਂ ਪਾਰ ਦੀ ਧਰਤੀ ਤੇ ਕੋਈ ਪੁਸਤਕ ਕੋਈ ਗ੍ਰੰਥ ਪੜ੍ਹਨ ਦੀ ਇੱਛਾ ਹੋਵੇ, ਤਲਬ ਹੋਵੇ ਤੇ ਇੱਥੋਂ ਆਣ ਕੇ ਉਹ ਆਪਣਾ ਤਲਬ ਪੂਰੀ ਕਰ ਸਕਦੇ, ਆਪਣੀ ਇੱਛਾ ਪੂਰੀ ਕਰ ਸਕਦੇ ਨੇ। ਲਾਇਬ੍ਰੇਰੀ ਦੇ ਵਿੱਚੋਂ ਪੁਸਤਕ ਲੈ ਕੇ ਪੜ੍ਹ ਸਕਦੇ। ਨਾਲ ਬੇਨਤੀ ਹੈ ਜੇ ਕਿਸੇ ਗੁਰਮੁਖ ਪਿਆਰੇ ਕੋਲ ਪੁਰਾਣਾ ਲਿਟਰੇਚਰ ਪਿਆ ਹੋਵੇ ਤੇ ਉਹ ਇਹ ਸਰਦਾਰ ਸਾਹਿਬ ਜੀ ਨੂੰ ਲਿਆ ਕੇ ਭੇਟਾ ਕਰਦੇ, ਜਿਹੜੇ ਨਹੀਂ ਸੰਭਾਲ ਸਕਦੇ। ਕਈਆਂ ਦੇ ਇਸ ਤਰ੍ਹਾਂ ਦਾ ਨਾ ਕਰ ਪਏ ਤੇ ਉਸ ਤਰ੍ਹਾਂ ਹੀ ਪੈ ਰਹਿੰਦੇ ਆ। ਇੱਥੇ ਲਾਇਬ੍ਰੇਰੀ ਵਿੱਚ ਆਊਗਾ ਗ੍ਰੰਥ ਪੋਥੀ ਤੇ ਕਿਸੇ ਦੇ ਪੜ੍ਹਨ ਦੇ ਕੰਮ ਆਊਗਾ, ਅੱਗੇ ਗਿਆਨ ਵਿੱਚ ਵਾਧਾ ਹੋਵੇ। ਤੇ ਇਸ ਕਰਕੇ ਸਾਧ ਸੰਗਤ ਜੀ ਬਹੁਤ ਬਹੁਤ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹਨਾਂ ਗੁਰਮੁਖਾਂ ਦੇ ਭਾਈ ਰਣਜੀਤ ਸਿੰਘ ਹੋਣਾ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖ ਕੇ ਪਾਕਿਸਤਾਨ ਦੇ ਅਸਥਾਨ ਮਾਤਾ ਜੀ ਦਾ ਜਨਮ ਅਸਥਾਨ ਰੋਹਤਾਸ ਦੇ ਕਿਲੇ ਵਿੱਚ ਤੇ ਉਸ ਦੀ ਸੇਵਾ ਦਾ ਬੀੜਾ ਚੁੱਕਿਆ। ਸੱਚੇ ਪਾਤਸ਼ਾਹ ਮਿਹਰ ਕਰਨ। ਰਣਜੀਤ ਨਗਾਰੇ ਦੇ ਨਾਮ ਤੇ ਇਹਨਾਂ ਆਪਣੀ ਸੰਸਥਾ ਦਾ ਨਾਮ ਰੱਖਿਆ ਹੈ। ਧੰਨ ਕਲਗੀਧਰ ਪਾਤਸ਼ਾਹ ਮਿਹਰ ਕਰਨ। ਇਹਨਾਂ ਗੁਰਸਿੱਖਾਂ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖ ਕੇ ਆਪਣੀਆਂ ਸੇਵਾਵਾਂ ਲੈਂਦੇ ਰਹਿਣ। ਧੰਨ ਮਾਤਾ ਜੀ, ਮਾਤਾ ਸਾਹਿਬ ਦੇਵਾਂ ਜੀ, ਉਹਨਾਂ ਨੇ ਵੱਡਾ ਤਿਆਗ ਕੀਤਾ। ਮਾਤਾ ਜੀ ਇੱਕ ਦਿਨ ਕਹਿਣ ਲੱਗੇ, ਮਹਾਰਾਜ ਸਭ ਦੀਆਂ ਝੋਲੀਆਂ ਭਰਦੇ ਹੋ ਤੇ ਮੈਂ ਤੁਹਾਡੀ ਦਾਸੀ ਹਾਂ, ਕੋਈ ਮੈਨੂੰ ਬੱਚੇ ਦੀ ਦਾਤ। ਸਤਿਗੁਰੂ ਕਹਿਣ ਲੱਗਿਆ ਸਾਰਾ ਖਾਲਸਾ ਪੰਥ ਸਾਹਿਬ ਦੇਵਾਂ ਤੇਰਾ ਹੀ ਬੱਚਾ। ਸਾਡੇ 4 ਜਿਹੜੇ ਨੇ ਉਹ ਸ਼ਹੀਦ ਹੋ ਜਾਣੇ ਆ ਤੇ ਇਹ ਖਾਲਸਾ ਪੰਥ ਅਮਰ ਹੈ, ਇਹਨੇ ਸਦਾ ਹੀ ਰਹਿਣਾ। ਹੁਣ ਵੇਖੋ ਨਾ, ਕਈ ਕਹਿ ਦਿੰਦੇ ਆ ਵੀ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਨੂੰ। ਸਾਧ ਸੰਗਤ ਜੀ ਨੇ ਕਦੀ ਭੁੱਲ ਕੇ ਵੀ ਜਨਮ ਦਿਹਾੜਾ ਨਹੀਂ ਕਹਿਣਾ, ਕਿਉਂਕਿ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਜਨਮੰ ਤਾਂ ਮਰਨ ਹਰਖੰ ਤਾਂ ਸੋਗੰ। ਜਿਹੜਾ ਜੰਮਿਆ ਉਹਨੇ ਮਰਨਾ, ਜਿੱਥੇ ਖੁਸ਼ੀ ਉੱਥੇ ਗਮੀ ਵੀ ਆਉਣੀ ਹੈ, ਪਰ ਖਾਲਸਾ ਅਮਰ ਹੈ। ਮਹਾਰਾਜ ਦੇ ਆਪ ਦੇ ਬਚਨ ਨੇ ਸ੍ਰੀ ਮੁਖ ਵਾਗ ਪਾਤਸ਼ਾਹੀ 10ਵੀਂ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਉਸ ਵਾਹਿਗੁਰੂ ਦੀ ਖੁਸ਼ੀ ਦੇ ਵਿੱਚੋਂ ਖਾਲਸਾ ਪ੍ਰਗਟ ਹੋਇਆ ਹੈ, ਕਿਉਂਕਿ ਜੰਮਿਆ ਜਿਹੜਾ ਉਹਨੇ ਮਰਨਾ ਹੈ। ਖਾਲਸਾ ਅਮਰ ਹੈ। ਸਤਿਗੁਰੂ ਕਿਰਪਾ ਕਰਨ, ਸਾਰੇ ਗੁਰੂ ਖਾਲਸੇ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣ। ਖਾਲਸੇ ਦੀਆਂ ਕੁਰਬਾਨੀਆਂ, ਖਾਲਸੇ ਦੇ ਪਿਤਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਤੇ ਇਸੇ ਤਰ੍ਹਾਂ ਮਾਤਾ ਜੀ ਦੀਆਂ ਕੁਰਬਾਨੀਆਂ ਤੋਂ ਕੌਣ ਭੁੱਲਿਆ, ਕਿਹਨੂੰ ਨਹੀਂ ਪਤਾ ਕਿ ਸਤਿਗੁਰਾਂ ਨੇ ਸਾਡੇ ਵਾਸਤੇ ਕੀ ਕੀਤਾ। ਇਹ ਸੱਚੇ ਪਾਤਸ਼ਾਹ ਨੂੰ ਪੁੱਛਿਆ ਸੀ ਦਮਦਮੇ ਦੀ ਧਰਤੀ ਤੇ ਮਾਤਾ ਜੀ ਨੇ, ਮਾਤਾ ਸੁੰਦਰੀ ਜੀ ਨੇ ਤੇ ਮਾਤਾ ਸਾਹਿਬ ਦੇਵਾਂ ਜੀ ਨੇ, ਪਾਤਸ਼ਾਹ ਜਦ ਅਸੀਂ ਸਰਸਾ ਨਦੀ ਦੇ ਕਿਨਾਰੇ ਤੋਂ ਵਿਛੜੇ ਹੈ ਤੇ ਭਾਈ ਮਨੀ ਸਿੰਘ ਜੀ ਦੇ ਨਾਲ ਸਾਨੂੰ ਤੁਸੀਂ ਦਿੱਲੀ ਨੂੰ ਤੋਰਿਆ, ਭਰਾ ਪੂਰਾ ਪਰਿਵਾਰ ਸੀ। ਅੱਜ ਪਰਿਵਾਰ ਨਿਗਾਹ ਨਹੀਂ ਆ ਰਿਹਾ। ਉਸ ਵੇਲੇ ਖਾਲਸਾ ਜੀ ਤੁਹਾਡੇ ਵੱਲ ਹੱਥ ਕਰਕੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਧ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਸਾਹਿਬ ਦੇਵਾਂ ਤੇਰਾ ਖਾਲਸਾ ਪੰਥ ਪੁੱਤਰ ਇਹ ਸਦਾ ਹੀ ਅਮਰ ਹੈ, ਅਮਰ ਰਹੇਗਾ। ਗੁਰੂ ਕਿਰਪਾ ਕਰਨ। ਉਹ ਮਾਤਾ ਜੀ ਦੇ ਸਥਾਨ ਦੀ ਸੇਵਾ, ਹੋਰ ਅਸਥਾਨਾਂ ਦੀ ਸੇਵਾ, ਫਿਰ ਉਹ ਪ੍ਰਾਤਵ ਵਿਭਾਗ ਦੇ ਨਾਲ ਰਹਿ ਕਰਕੇ ਉਸ ਢੰਗ ਦੇ ਨਾਲ ਵੀ ਜੋ ਪੁਰਾਣਾ ਹੀ ਦਿਖ ਦਿਸੇ, ਕਿਉਂਕਿ ਜਿੰਨਾ ਮਰਜ਼ੀ ਅਸੀਂ ਨਿਰਾ ਹੀ ਸੋਨਾ ਥੱਪ ਦਈਏ ਪਰ ਜਿਹੜਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਸਮੇਂ ਦੀ ਉਹ ਯਾਦਗਾਰ ਹੈ, ਉਹਨੂੰ ਕਾਇਮ ਰੱਖਣਾ, ਉਸੇ ਤਰ੍ਹਾਂ ਬਣਾ ਕੇ ਰੱਖਣਾ, ਇਹ ਬੜੀ ਵੱਡੀ ਗੱਲ ਹੈ। ਜਿਵੇਂ ਮੈਂ ਹੁਣੇ ਹੀ ਬੇਨਤੀ ਕਰ ਰਿਹਾ ਸੀ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਬਾਬਾ ਬਿਧੀ ਚੰਦ ਸਾਹਿਬ ਜੀ
ਸੋ ਸਾਧ ਸੰਗਤ ਜੀ ਦਿਓ ਗਾਉਂ ਨੂੰ ਸਰੀਰ ਤਿਆਗਣ ਸਾਈਂ ਸੁੰਦਰ ਸ਼ਾਹ ਨਾ ਕੀਤੇ ਬਚਨ ਮੁਤਾਬਕ ਚਲੇ ਗਏ। ਬਾਬਾ ਵਿਧੀ ਚੰਦ ਦੇ ਸੁਪੁੱਤਰ ਬਾਬਾ ਲਾਲ ਚੰਦ ਜੀ, ਮਾਤਾ ਲੱਖਾਂ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਰਹਿੰਦੇ ਹੈ। ਬਾਬਾ ਵਿਧੀ ਚੰਦ ਦੇ ਸੁਪੁੱਤਰ ਬਾਬਾ ਲਾਲ ਚੰਦ ਜੀ, ਤੇ ਉਹਨਾਂ ਨੂੰ ਬੁਲਾਇਆ, ਕਹਿਣ ਲੱਗੇ ਵੀ ਹੁਣ ਅਸੀਂ ਤੁਹਾਨੂੰ ਵਿਦਾ ਕਰਨ ਲੱਗੇ ਆ ਕੀਰਤਪੁਰ ਸਾਹਿਬ ਤੋਂ। ਇਹ ਜੋ ਸ੍ਰੀ ਅਨੰਦਪੁਰ ਸਾਹਿਬ ਦੇ ਕੋਲ ਸਿਰੋਪਾਓ ਦਿੱਤਾ, ਬਚਨ ਕੀਤੇ ਕਿ ਹੁਣ ਤੁਸੀਂ ਆਪਣੇ ਨਗਰ ਸ਼ੀਨੇ ਨਹੀਂ ਜਾਣਾ, ਤੁਸੀਂ ਹੁਣ ਸੁਰ ਸਿੰਘ ਨਗਰ ਭਾਈ ਭਾਗਮਲ ਨੇ 1000 ਵਿਗਾ ਜ਼ਮੀਨ ਤੇ ਸਾਡੇ ਰਹਿਣ ਵਾਸਤੇ ਮਹਿਲ ਬਣਾਏ, ਉਹਨਾਂ ਮਹਿਲਾਂ ਵਿੱਚ ਨਿਵਾਸ ਰੱਖੋ ਅਤੇ ਉਹ 1000 ਵਿਗਾ ਜ਼ਮੀਨ ਤੇ ਖੇਤੀ ਕਰੋ, ਗੁਰਸਿੱਖੀ ਦਾ ਪ੍ਰਚਾਰ ਕਰੋ। ਬਾਬਾ ਲਾਲ ਚੰਦ ਜੀ ਆਪਣੇ ਮਾਤਾ ਜੀ ਮਾਤਾ ਲੱਖਾਂ ਜੀ ਦੇ ਨਾਲ ਸੁਰ ਸਿੰਘ ਆ ਗਏ। ਉਹ ਮਹਿਲ ਸੀ, ਦਰਸ਼ਨ ਕੀਤੇ ਦਾਸ ਨੇ। ਬਾਬਾ ਦਇਆ ਸਿੰਘ ਸਾਹਿਬ ਜੀ ਦਾ ਜਨਮ ਜਿਹੜਾ ਹੈ ਉਹ ਵੀ ਉਹਨਾਂ ਮਹਿਲਾਂ ਦੇ ਵਿੱਚ ਹੋਇਆ। ਸੋ ਇਤਿਆਦ ਉਹ ਮਹਿਲ ਪੁਰਾਣੇ ਕਦੋਂ 6ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਦੇ ਉਹ ਜਰਜਰੇ ਹੋ ਗਏ। ਮਸਾਲਾ ਫਿਰ ਵੀ ਬਹੁਤ ਟਾਈਮ ਕੱਢ ਗਿਆ। ਫਿਰ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਅਚੇਚੇ ਤੌਰ ਤੇ ਮਸਾਲਾ ਤਿਆਰ ਕਰਵਾ ਕੇ ਪੁਰਾਤਨ ਜਿਸ ਤਰ੍ਹਾਂ ਸਮੇਂ ਅਨੁਸਾਰ ਹੁੰਦਾ ਸੀ, ਉਹ ਮਹਿਲ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਯਾਦਗਾਰ ਦੇ ਵਿੱਚ ਤਿਆਰ ਉਵੇਂ ਜਿਵੇਂ ਉਹਨੀਆਂ ਗਿਣਤੀਆਂ ਮਿਣਤੀਆਂ ਨੇ, ਕਿਹੜਾ ਮੂੰਗਾ ਕਮਰਾ ਕਿੱਥੇ ਸੀ, ਪੌੜੀਆਂ ਕਿੱਥੋਂ ਚੜ੍ਹਦੀਆਂ ਸਨ, ਖੂਹ ਅਜੇ ਵੀ ਉਹ ਪੁਰਾਣਾ ਸਤਿਗੁਰਾਂ ਦੇ ਸਮੇਂ ਦਾ ਲੱਗਾ, ਨਿਸ਼ਾਨ ਸਾਹਿਬ ਆਦਿਕ ਤੇ ਸਾਧ ਸੰਗਤ ਜੀ ਪੁਰਾਣੇ ਢੰਗ ਨਾਲ। ਤੇ ਬਾਬਾ ਵਿਧੀ ਚੰਦ ਸਾਹਿਬ ਦੀ ਵੀ ਕੁਰਬਾਨੀ ਕੋਈ ਘੱਟ ਨਹੀਂ। ਬੜੇ ਬੜੇ ਗੁਰੂ ਕੇ ਸਿੱਖ ਹੋਏ ਨੇ, ਜਿਹਦੇ ਵਿੱਚੋਂ ਸਾਧ ਸੰਗਤ ਜੀ 2 ਗੁਰਸਿੱਖ ਜਿਨ੍ਹਾਂ ਨੂੰ ਬਹਾਦਰੀ ਦਾ ਖਿਤਾਬ ਮਿਲਿਆ। ਤੀਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਹੜੇ ਨਾਮ ਤੋਂ ਹੀ ਤੇਗ ਦੇ ਧਨੀ, ਤੇਗ ਦੇ ਬਹਾਦਰ ਸਨ। ਸੋ ਉਹ ਤਿੰਨਾਂ ਦਾ ਵਰਣਨ ਆਉਂਦਾ ਹੈ। ਗੁਰਸਿੱਖਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਬਹਾਦਰੀ ਦਾ ਖਿਤਾਬ ਸਾਧ ਸੰਗਤ ਜੀ ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਮਿਲਿਆ, ਬਹਾਦਰ ਬਾਬਾ ਵਿਧੀ ਚੰਦ। ਦੂਜਾ ਬਹਾਦਰੀ ਦਾ ਖਿਤਾਬ ਬਾਬਾ ਬੰਦਾ ਸਿੰਘ ਬਹਾਦਰ ਨੂੰ ਪ੍ਰਾਪਤ ਹੋਇਆ, ਜਿਨ੍ਹਾਂ ਸਰਹਿੰਦ ਦੀ ਇੱਟ ਨਾ ਇੱਟ ਵਜਾਈ, ਬਹੁਤ ਜ਼ਾਲਮਾਂ ਨੂੰ ਸੋਧੇ ਲਾਏ, ਆਦਿਕ ਆਦਿਕ ਖਾਲਸੇ ਦੀ ਰਾਜਧਾਨੀ ਪ੍ਰਗਟ ਕੀਤੀ। ਤੇ ਇਹ ਬਾਬਾ ਵਿਧੀ ਚੰਦ ਸਾਹਿਬ ਜੀ ਦਾ ਪਰਿਵਾਰ ਜਿਹੜਾ ਹੈ ਸਾਧ ਸੰਗਤ ਜੀ ਜਥੇਬੰਦੀ, ਜੋ ਗੁਰੂ ਸਾਹਿਬ ਨੇ ਆਪ ਨਗਾਰੇ ਨਿਸ਼ਾਨ ਦੇ ਕੇ ਸਾਧ ਸੰਗਤ ਜੀ ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਸ੍ਰੀ ਸੁਰ ਸਿੰਘ ਸਾਹਿਬ ਭੇਜਿਆ ਸੀਗਾ, ਉਹਨਾਂ ਦਾ ਸੰਪਰਦਾ ਉਸੇ ਤਰ੍ਹਾਂ ਚੱਲੀ ਆ ਰਹੀ ਹੈ। 10ਵੇਂ ਧੰਨ ਬਾਬਾ ਸੋਹਣ ਸਿੰਘ ਸਾਹਿਬ ਜੀ ਸਨ, 11ਵੇਂ ਧੰਨ ਬਾਬਾ ਦਇਆ ਸਿੰਘ ਸਾਹਿਬ ਜੀ, ਤੇ ਅੱਜ ਮੌਜੂਦਾ ਜਿਹੜੇ ਨੇ ਉਹ 12ਵੇਂ ਮੁਖੀ ਧੰਨ ਬਾਬਾ ਅਵਤਾਰ ਸਿੰਘ ਜੀ, ਜਿਨ੍ਹਾਂ ਦਾ ਗੁਰਬਾਣੀ ਮੁਤਾਬਕ ਜੋ ਬਚਨ ਹਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਰ, ਕਹਿਣ ਦੇ ਨਾਲ ਸੋਭਾ ਨਹੀਂ ਕੀਤੀ ਜਾਂਦੀ, ਸਾਹਮਣੇ ਹੈ ਸਾਧ ਸੰਗਤ ਜੀ, ਉਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਪੈਂਦੀ, ਉਦਾਹਰਨ ਦੀ ਲੋੜ ਨਹੀਂ ਪੈਂਦੀ, ਜੋ ਸਾਹਮਣੇ ਅੱਖਾਂ ਨਾਲ ਤੱਕ ਲਿਆ ਜਾਵੇ। ਮਹਾਂਪੁਰਖ ਬਾਬਾ ਵਿਧੀ ਚੰਦ ਸਾਹਿਬ ਜੀ ਦੇ 12ਵੀਂ ਜੋਤ ਬਾਬਾ ਅਵਤਾਰ ਸਿੰਘ ਜੀ ਸੰਗਤਾਂ ਨੂੰ ਨਿਹਾਲ ਕਰ ਰਿਹਾ, ਗੁਰਸਿੱਖੀ ਦਾ ਪ੍ਰਚਾਰ, ਗਰੀਬਾਂ ਅਨਾਥਾਂ ਦਾ ਮਾਣ ਰੱਖਦੇ ਨੇ। ਇਹ ਤੁਹਾਡੇ ਅਮਰੀਕਾ ਦੇ ਸ਼ਹਿਰ ਦੇ ਵਿੱਚ ਸਾਧ ਸੰਗਤ ਜੀ ਫਰੰਟ ਕੈਂਪ ਦੇ ਵਿੱਚ ਅਸਥਾਨ ਮਹਾਂਪੁਰਖਾਂ ਨੇ ਬਹੁਤ ਸੁੰਦਰ ਇੱਥੇ ਪ੍ਰਗਟ ਕੀਤਾ ਹੈ। ਸਾਰਾ ਖਾਲਸੇ ਪੰਥ ਦਾ ਸਾਂਝਾ ਸਥਾਨ ਹੈ। ਪ੍ਰਬੰਧਕ ਤਾਂ ਬਈ ਇੱਕ ਹੀ ਹੁੰਦਾ ਹੈ ਤੇ ਉਹਦੇ ਪ੍ਰਬੰਧ ਹੇਠ ਸੇਵਾ ਚੱਲਦੀ ਹੈ, ਬਾਕੀ ਇਹ ਸਾਰਾ ਗੁਰੂ ਕੇ ਖਾਲਸੇ ਦਾ ਘਰ ਹੈ। ਮਹਾਂਪੁਰਖਾਂ ਨੇ ਨਿਗਰਾਨੀ ਵਜੋਂ ਸੇਵਾ ਵਾਸਤੇ ਇਹ ਆਪਣੇ 2 ਸਿੰਘ ਭਾਈ ਅਵਤਾਰ ਸਿੰਘ ਜੀ ਝੜੇਰ ਜਿਹੜੇ ਦਾਸ ਦੇ ਨਾਲ ਖੜੇ ਨੇ, ਤੇ ਗਿਆਨੀ ਭੁਪਿੰਦਰ ਸਿੰਘ ਜੀ ਮੂਸੇ ਨਗਰ ਦੇ ਨੇਗੇ, ਇਹਨਾਂ ਦੋਵਾਂ ਹੀਰਿਆਂ ਨੂੰ ਇੱਥੇ ਸੇਵਾ ਵਾਸਤੇ ਛੱਡਿਆ ਹੈ। ਬਹੁਤ ਗੁਰਮੁਖ ਪਿਆਰੇ ਹਨ ਤੇ ਸਾਰੀਆਂ ਸੰਗਤਾਂ ਉੱਥੇ ਜਾਂਦੀਆਂ ਨੇ, ਦਰਸ਼ਨ ਕਰਦੀਆਂ। ਰਾਈਆਂ ਨੂੰ ਸਾਧ ਸੰਗਤ ਜੀ ਰਹਿਣ ਬਸੇਰਾ, ਦਿਨੇ ਵੀ ਆਰਾਮ ਕਰਨ, ਰਾਤ ਵੀ ਕਰਨ, ਲੰਗਰ ਪ੍ਰਸ਼ਾਦਾ ਹਰ ਵਸਤੂ ਦੀ ਉੱਥੇ ਸੁਵਿਧਾ ਹੈ। ਇਹ ਵੱਡਾ ਪਰਉਪਕਾਰ ਹੈ। ਇਹ ਵੀ ਗੁਰਸਿੱਖੀ ਦੇ ਪ੍ਰਚਾਰ ਦਾ ਹੀ ਸਾਧ ਸੰਗਤ ਜੀ ਇੱਕ ਹਿੱਸਾ ਹੈ। ਸੋ ਇਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਉਹਨਾਂ ਦੇ ਰਿਸ਼ਤੇਦਾਰ ਮਾਤਾ ਜੀ ਦੇ ਅਸਥਾਨ ਦੀ ਸੇਵਾ ਕਰਾ ਰਹੇ। ਹੋਰ ਵੀ ਇਹਨਾਂ ਦੇ ਮਨ ਵਿੱਚ ਚਾਅ ਹੈ, ਕੋਈ ਇਹਨਾਂ ਦਾ ਇਹ ਨਹੀਂ ਵੀ ਅਸੀਂ ਕੋਈ ਗਰਾਈ ਕਰਨੀ ਹੈ ਜਾਂ ਪੈਸਾ ਇਕੱਠਾ ਕਰਨਾ। ਆਪਣੀ ਕਿਰਤ ਵਿੱਚੋਂ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਵਾਲੇ ਬਚਨ ਨੇ। ਧਰਮ ਦੀ ਕਿਰਤ ਕਰਕੇ ਹੱਥੋਂ ਸੇਵਾ ਜਿਹੜੀ ਹੈ ਗੁਰਮੁਖ ਪਿਆਰੇ ਭਾਈ ਰਣਜੀਤ ਸੋਢੀ ਤੇ ਸਿੰਘ ਸਾਹਿਬ ਇਹ ਉੱਥੇ ਨਿਭਾ ਰਹੇ ਨੇ। ਨਾਮ ਭੁੱਲ ਜਾਣਾ, ਸਤਪ੍ਰੀਤ ਸਿੰਘ ਜੀ। ਇਹ ਵੀ ਮਹਾਰਾਜ ਉਦਮ ਦਿੰਦੇ ਸਾਧ ਸੰਗਤ ਜੀ। ਆਪਣੇ ਪਰਿਵਾਰ ਵਾਸਤੇ ਹਰ ਕੋਈ ਕਰਦਾ ਹੈ, ਪਰ ਗੁਰੂ ਵਾਸਤੇ ਆਪਾਂ ਸੀਸ ਵੀ ਭੇਟਾ ਕਰਦੇ ਹਾਂ, ਆਪਾਂ ਮਾਇਆ ਵੀ ਭੇਟਾ ਕਰਦੇ ਹਾਂ। ਪਰ ਸਮਾਂ ਜਿਹੜਾ ਹੈ ਨਾ, ਹਰ ਕੋਈ ਕਹਿੰਦਾ, ਕਿਸੇ ਨੂੰ ਪੁੱਛ ਲਓ ਕਹਿੰਦੇ ਮੇਰੇ ਕੋਲ ਸਮਾਂ ਨਹੀਂ। ਸਤਪ੍ਰੀਤ ਸਿੰਘ ਜੀ ਆਪਣਾ ਕਾਰੋਬਾਰ ਦੀ ਪਰਵਾਹ ਨਾ ਕਰਦਿਆਂ ਭਾਈ ਸਰਦਾਰ ਰਣਜੀਤ ਸਿੰਘ ਉਹਨਾਂ ਨੂੰ ਨਾਲ ਲੈ ਕੇ ਬਹੁਤ ਵੱਡਾ ਉਪਰਾਲਾ ਹੈ, ਸੇਵਾਵਾਂ ਦੇ ਵਿੱਚ ਲੱਗੇ ਹੈ। ਸਤਿਗੁਰੂ ਕਿਰਪਾ ਕਰਨ, ਮੈਂ ਲੰਬਾ ਨਾ ਜਾਵਾਂ। ਇਹਨਾਂ ਨੇ ਮੈਨੂੰ ਸਵਾਲ ਕੀਤਾ ਸੀ ਵੀ ਹਜ਼ੂਰ ਸਾਹਿਬ ਦੇ ਕੌਤਕ, ਵੱਡਾ ਕੌਤਕ ਇਹੀ ਹੈ
ਉੱਥੇ ਜਾ ਕੇ ਦਿਲ ਇੰਨਾ ਮਹਾਰਾਜ ਦੇ ਚਰਨਾਂ ਨਾਲ ਜੁੜਦਾ ਕਿ ਉੱਥੋਂ ਤੁਰਨ ਨੂੰ ਜਾਣ ਨੂੰ ਹੀ ਜੀ ਨਹੀਂ ਕਰਦਾ ਕਿਸੇ ਦਾ। ਸੋ ਸਤਿਗੁਰੂ ਕਿਰਪਾ ਕਰਨ ਸਤਿਪ੍ਰੀਤ ਸਿੰਘ ਹੋਣਾ ਦੇ, ਭਾਈ ਰਣਜੀਤ ਸਿੰਘ ਹੋਣਾ ਦੇ, ਇਹਨਾਂ ਦੇ ਸੰਗੀਆਂ ਸਾਥੀਆਂ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣ, ਆਪਣੀ ਸੇਵਾ ਆਪ ਹੀ ਲੈ ਲੈਣ, ਕਿਉਂਕਿ ਸੇਵਾ ਕਰਨੀ ਬੜੀ ਔਖੀ। ਮਹਾਰਾਜ ਨੇ ਲਾਹਣਤਾਂ ਪਾਈਆਂ ਗੁਰਬਾਣੀ ਦੇ ਵਿੱਚ, ਲੱਖ ਦੀ ਲਾਹਣਤ ਉਹਨਾਂ ਨੂੰ ਜਿਹੜੇ ਸੇਵਾ ਨਹੀਂ ਕਰਦੇ। ਮਹਾਰਾਜ ਕਹਿੰਦੇ ਆ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਆਪਣੇ ਧੰਦ ਤੇ ਆਪਾਂ ਫਿੱਟੀ ਕਰਨੇ ਆ, ਪਰ ਗੁਰੂ ਕੀ ਸੇਵਾ ਜਿਹੜੀ ਹੈ ਸਾਰਿਆਂ ਤੋਂ ਵੱਡੀ ਹੈ। ਜਿਹੜੇ ਹੱਥ ਪੈਰ ਗੁਰੂ ਦੀ ਸੇਵਾ ਨਹੀਂ ਕਰਦੇ, ਲੱਖ ਲੱਖ ਲਾਹਣਤ ਉਹਨਾਂ ਹੱਥਾਂ ਪੈਰਾਂ ਨੂੰ। ਗੁਰੂ ਕਿਰਪਾ ਕਰਨ ਸਤਿਪ੍ਰੀਤ ਸਿੰਘ ਜੀ ਦੇ ਸੀਸ ਤੇ, ਭਾਈ ਰਣਜੀਤ ਸਿੰਘ ਜੀ ਦੇ ਸੀਸ ਤੇ, ਉਹਨਾਂ ਦੇ ਸੰਗੀਆਂ ਸਾਥੀਆਂ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖ ਕੇ ਆਪਣੀਆਂ ਸੇਵਾਵਾਂ ਆਪ ਲੈਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਭ ਸੰਗਤਾਂ ਦਾ, ਗੁਰੂ ਸਾਹਿਬ ਦਾ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ, ਧੰਨ ਬਾਬਾ ਵਿਧੀ ਚੰਦ ਸਾਹਿਬ ਜੀ, ਧੰਨ ਬਾਬਾ ਸੋਹਣ ਸਿੰਘ ਸਾਹਿਬ ਜੀ, ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਬੜੀ ਕਿਰਪਾ ਕੀਤੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਬਚਪਨ ਵਿੱਚ ਪਿਤਾ ਜੀ ਸਰੀਰ ਤਿਆਗ ਗਏ ਤੇ ਰਿਸ਼ਤਾ ਭਾਵੇਂ ਉਹ ਮਹਾਂਪੁਰਖਾਂ ਦਾ ਸੰਸਾਰੀ ਦਾਸ ਨਾਲ ਮਾਮਾ ਜੀ ਦਾ ਸੀ, ਦਾਸ ਉਹਨਾਂ ਦੀ ਭੈਣ ਦਾ ਪੁੱਤਰ, ਪਰ ਉਹਨਾਂ ਨੇ ਪਿਤਾ ਤੋਂ ਵੱਧ ਪਿਆਰ ਗਲ ਨਾਲ ਲਾਇਆ। ਆਪ ਬ੍ਰਹਮ ਵਿਦਿਆ, ਦੁਨਿਆਵੀ ਵਿਦਿਆ ਵੀ ਉਹਨਾਂ ਨੇ ਕੋਲ ਰੱਖ ਕੇ ਪੜ੍ਹਵਾਈ, ਸਕੂਲੇ ਭੇਜਣਾ, ਤੇ ਬ੍ਰਹਮ ਵਿਦਿਆ ਵੀ ਆਪ ਮਹਾਂਪੁਰਖਾਂ ਨੇ ਸਾਰੀ ਸੰਥਿਆ ਆਪ ਦਾਸ ਪਾਸੋਂ ਕਰਵਾਈ, ਸੁਣੀ ਤੇ ਇਸ ਲਾਇਕ ਬਣਾਇਆ ਕਿ ਮੈਂ ਗੁਰੂ ਕਲਗੀਧਰ ਪਾਤਸ਼ਾਹ ਦੇ ਦਰ ਦਾ ਝਾੜੂ ਪ੍ਰਦਾਰ ਹੋ ਸਕਾਂ। ਬੇਨਤੀਆਂ ਕਰਦਿਆਂ, ਸੇਵਾ ਕਰਦਿਆਂ, ਬਚਨ ਕਰਦਿਆਂ ਕੋਈ ਕਿਸੇ ਦੀ ਸ਼ਾਨ ਖਿਲਾਫ ਜਾਂ ਕੋਈ ਬਚਨ ਗਲਤ ਨਿਕਲ ਗਿਆ ਹੋਵੇ ਤੇ ਦਾਸ ਵਾਰ-ਵਾਰ ਖਿਮਾ ਮੰਗਦਾ ਹੈ। ਮੇਰੇ ਨਾਲ ਗਿਆਨੀ ਹਰਜੀਤ ਸਿੰਘ ਜੀ, ਰਾਗੀ ਸਿੰਘ ਇੰਗਲੈਂਡ ਵਾਲੇ, ਇਹ ਵੀ ਹਾਜ਼ਰੀਆਂ ਭਰ ਰਹੇ ਨੇ। ਹੋਰ ਸਿੰਘ ਆਪਣੇ ਆਏ, ਸਾਰਿਆਂ ਦਾ ਧੰਨਵਾਦ, ਕਿਉਂਕਿ ਸਭ ਸੇਵਾ ਜਿਸ ਮਸਤਕ ਭਾਗ ਸੋ ਸੇਵਾ ਲਾ। ਜਿਹਦੇ ਕਰਮਾਂ ਦੇ ਵਿੱਚ ਸੇਵਾ ਹੁੰਦੀ ਉਹੋ ਹੀ ਲੱਗਦਾ ਹੈ। ਬਹੁਤ ਲੋਕ ਚਾਹ ਕੇ ਵੀ ਸਾਧ ਸੰਗਤ ਦੀ ਸੇਵਾ ਨਹੀਂ ਕਰ ਸਕਦੇ। ਸੋ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ। ਧੰਨਵਾਦ ਬਾਬਾ ਅਵਤਾਰ ਸਿੰਘ ਸਾਹਿਬ ਜੀ ਦਾ, ਜਿਨ੍ਹਾਂ ਨੇ ਸੰਗਤਾਂ ਦਾ ਰਹਿਣ ਬਸੇਰਾ ਇੱਥੇ ਸੁੱਖ ਸੁਵਿਧਾ ਵਾਸਤੇ ਇਹ ਬਹੁਤ ਵੱਡਾ ਅਸਥਾਨ ਬਣਾਇਆ। ਮੀਰੀ ਪੀਰੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਂ ਦੇ 2 ਨਿਸ਼ਾਨ ਸਾਹਿਬ ਝੁੱਲ ਰਹੇ ਨੇ। ਆਏ ਗਏ ਨੂੰ ਦਿਨੇ ਰਾਤ ਕਦੋਂ ਵੀ ਕੋਈ ਆਵੇ, ਲੰਗਰ ਪ੍ਰਸ਼ਾਦਾ, ਚਾਹ ਪਾਣੀ, ਦੁੱਧ, ਫਾਲਾ ਅਤੇ ਕੋਈ ਰਸ ਜੂਸ ਵਗੈਰਾ ਹਰ ਤਰ੍ਹਾਂ ਦਾ ਸੁੱਖ ਦਾ ਸਾਧਨ ਹੈ। ਰਹਿਣ ਬਸੇਰਾ, ਅਸਥਾਨ, ਕਮਰੇ ਬਣੇ ਹੋਏ ਨੇ, ਸੰਗਤਾਂ ਆਰਾਮ ਕਰਦੀਆਂ। ਸਭ ਦਾ ਧੰਨਵਾਦ। ਗੁਰੂ ਕਲਗੀਧਰ ਦਾ ਕੋਟਾਂ ਕੋਟ ਧੰਨਵਾਦ, ਜਿਨ੍ਹਾਂ ਦੇ ਚਰਨਾਂ ਦਾ ਸਦਕਾ ਸਾਧ ਸੰਗਤ ਜੀ ਮੇਰੇ ਵਰਗੇ ਨਿਮਾਣੇ ਨੂੰ ਸੰਗਤਾਂ ਇੰਨਾ ਮਾਣ ਦਿੰਦੀਆਂ। ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਇਤਿਹਾਸ, ਬਾਬਾ ਵਿਧੀ ਚੰਦ ਜੀ ਦਾ ਇਤਿਹਾਸ, ਸੀਨਾ ਗੁਰੂ ਦਾ ਸੀਨਾ, ਜਿਸ ਨੂੰ ਕਿਹਾ ਗਿਆ ਹੈ ਕਿ ਗੁਰੂ ਦਾ ਆਪ ਸੀਨਾ ਹੈ। ਉਹਨਾਂ ਦੀ ਅੰਸ਼ ਬੰਸ ਵਸੋਈ ਬਾਬਾ ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਕਿ ਫਰੈਂਚ ਕੈਂਪ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਮੀਰੀ ਪੀਰੀ ਦਾ ਗੁਰਦੁਆਰਾ ਖੋਲ੍ਹਿਆ। ਮੀਰੀ ਪੀਰੀ ਦੇ 2 ਨਿਸ਼ਾਨ ਝੂਲੇ, ਜਿੱਥੇ ਮੀਰੀ ਹੈ ਉੱਥੇ ਪੀਰੀ ਵੀ ਹੈ। ਜਦੋਂ ਅਸੀਂ ਗੁਰੂ ਦੇ ਸੀਨੇ ਦੀ ਗੱਲ ਕਰਦੇ ਹਾਂ ਤੇ ਖਾਲਸੇ ਦੀ ਗੱਲ ਹੁੰਦੀ ਹੈ। ਖਾਲਸਾ ਗੁਰੂ ਸਾਹਿਬ ਨੇ ਇੱਕ ਇਹੋ ਜਿਹਾ ਨਿਆਰਾ ਪੰਥ ਚਲਾ ਦਿੱਤਾ ਹੈ ਜੋ ਆਪਣਾ ਤਾਨ ਮਾਨ ਧਨ ਇੱਥੋਂ ਤੱਕ ਕਿ ਆਪਣਾ ਸਿਰ ਦੇ ਕੇ ਸ਼ੁਰੂ ਹੁੰਦਾ ਹੈ। ਜਿਹੜਾ ਖਾਲਸਾ ਗੁਰੂ ਨੂੰ ਭਾਉਂਦਾ ਹੈ ਉਹ ਖਾਲਸਾ ਕਿਸ ਤਰ੍ਹਾਂ ਬਣਿਆ ਜਾ ਸਕਦਾ ਹੈ ਤੇ ਉਸ ਦੇ ਕੀ ਲੱਛਣ ਹਨ? ਜੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਡੇ ਸੀਸ ਲੈ ਕੇ ਸਾਡੇ ਵੱਡਿਆਂ ਦੇ, 5 ਪਿਆਰਿਆਂ ਦੇ ਤੇ ਖੰਡੇ ਧਾਰ ਗਲੀ ਹੱਥ ਪੀੜੀ ਦੇ ਵਿੱਚ ਦੀ ਕੱਢ ਕੇ ਨਿਰੋਲ ਖਾਲਸਾ ਸਾਜਣਾ ਕੀਤਾ ਹੈ। ਖਾਲਸਾ ਨਾਮ ਹੈ ਖਾਲਸ ਦਾ, ਸ਼ੁੱਧ ਦਾ, ਪਵਿੱਤਰ ਦਾ। ਆਪਾਂ ਦੁਕਾਨ ਤੇ ਜਾਂਦੇ, ਅਮਰੀਕਾ ਦਾ ਤਾਂ ਕਾਨੂੰਨ ਵੱਖਰਾ ਹੈ, ਪਰ ਹਿੰਦੁਸਤਾਨ ਦੇ ਵਿੱਚ ਮਿਲਾਵਟ ਵਾਲਾ ਜ਼ਹਿਰ ਵੀ ਚੰਗਾ ਨਹੀਂ ਮਿਲਦਾ ਜਿਹੜਾ ਖਾ ਕੇ ਕੋਈ ਮਰ ਸਕੇ। ਇੰਨਾ ਬੇੜਾ ਗਰਕ ਹੋਇਆ ਪਿਆ। ਤੇ ਜਿਵੇਂ ਆਪਾਂ ਦੁਕਾਨ ਤੇ ਜਾ ਕੇ ਆਨੇ, ਭਾਈ ਸੇਠਾ, ਸ਼ਾਹੂਕਾਰਾ, ਸਾਨੂੰ ਸ਼ੁੱਧ ਚੀਜ਼ ਦੇਈ, ਮਿਲਾਵਟ ਵਾਲੀ ਨਾ ਹੋਵੇ। ਖਾਲਸ ਦਾ ਮਤਲਬ ਹੈ ਸ਼ੁੱਧ, ਪਵਿੱਤਰ। ਇਹ ਖਾਲਸਾ ਪ੍ਰਗਟ ਕੀਤਾ ਮਹਾਰਾਜ ਨੇ, ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। 5 ਕਕਾਰਾਂ ਦੀ ਰਹਿਤ ਸਾਨੂੰ ਬਖਸ਼ਿਸ਼ ਕੀਤੀ। ਕੰਘਾ, ਕੜਾ, ਕਿਰਪਾਨ, ਕਛਹਿਰਾ ਤੇ ਕੇਸ। ਕਈ ਗੁਰਮੁਖ ਕੇਸ ਕੀ ਕਹਿੰਦੇ ਆ ਸਾਧ ਸੰਗਤ ਜੀ, ਪਰ ਜੋ ਪੰਥ ਦੀ ਮਰਜ਼ਾਦਾ ਹੈ ਉਹ 5 ਕਕਾਰ ਦੀ ਹੈ। ਕੇਸ ਹਨ, ਕੇਸਾਂ ਨੂੰ ਸਾਫ਼ ਕਰਨ ਵਾਸਤੇ ਕੰਘਾ ਹੈ, ਆਪਣੀ ਹਿਫਾਜ਼ਤ ਵਾਸਤੇ ਕਿਰਪਾਨ ਹੈ, ਕੜਾ ਗੁਰੂ ਕਲਗੀਧਰ ਦੀ ਮੋਹਰ ਹੈ, ਸੱਜੇ ਹੱਥ ਵਿੱਚ ਖਾਸ ਕਰਕੇ ਪਾਉਣਾ। ਇਹ ਸਾਨੂੰ ਦਰਸਾਉਂਦਾ ਰਹੇ ਕਿ ਗੁਰੂ ਕੀ ਜੰਜੀਰ ਜਿਹੜੀ ਹੈ, ਇਹ ਬੇੜੀ ਜਿਹੜੀ ਹੈ ਸਾਡੇ ਹੱਥ ਨੂੰ ਲੱਗੀ ਹੈ। ਮਾੜੇ ਕਰਮ ਕਰਨ ਵਾਸਤੇ ਇਹ ਸਾਡਾ ਹੱਥ ਅੱਗੇ ਨਾ ਵਧੇ। ਤੇ ਇਸੇ ਤਰ੍ਹਾਂ ਕਛਹਿਰਾ ਹੈ,
ਜਦ ਸਤ ਕੀ ਕਛ ਪੈਰ ਪਕੜਿਓ ਹਥਿਆਰਾ, ਇਹ ਮਹਾਰਾਜ ਨੇ ਕਿਰਪਾ ਕੀਤੀ। 4 ਵਜਰ ਕਰੇ ਤਾਂ ਸਾਨੂੰ ਵਰਜਿਤ ਕੀਤਾ ਵੀ ਇਹ 4 ਵਿੱਚੋਂ ਜੇ ਕੋਈ ਗਲਤੀ ਕਰਦਾ ਤੇ ਉਹ ਮੇਰਾ ਸਿੱਖ ਨਹੀਂ, ਉਹਨੂੰ ਦੁਬਾਰਾ ਅੰਮ੍ਰਿਤ ਛਕਣਾ ਪਵੇਗਾ, ਜਿਹਦੇ ਵਿੱਚ ਹੁੱਕਾ ਹਲਾਲੋ ਹਜਾਮਤ ਹਰਾਮ। ਹੁੱਕਾ ਤੰਬਾਕੂ ਦਾ ਸੇਵਨ ਨਹੀਂ ਕਰਨਾ, ਹਲਾਲ ਮੀਟ ਹਲਾਲ ਦਾ ਨਹੀਂ ਖਾਣਾ। ਕਈ ਇੱਥੇ ਗੁਰਮੁਖ ਕਹਿੰਦੇ ਆ ਵੀ ਮੀਟ ਖਾਣਾ, ਕਿਤੇ ਸਾਧ ਸੰਗਤ ਜੀ ਵਿਵਰਜਿਤ ਨਹੀਂ ਹੈ ਖਾਲਸੇ ਨੂੰ ਮੀਟ ਖਾਣਾ। ਕਿਤੇ ਮੁਸੀਬਤ ਦੇ ਸਮੇਂ ਤੇ ਖਾਣਾ ਵੀ ਪਵੇ ਤੇ ਉਹਦਾ ਸਾਨੂੰ ਦੋਸ਼ ਨਹੀਂ, ਪਰ ਹਲਾਲ ਦਾ ਅਭਾਖਿਆ ਕਾ ਪੁੱਠਾ ਬੱਕਰਾ ਖਾਣਾ, ਜਿਹੜੀ ਪੁੱਠੀ ਭਾਸ਼ਾ ਪੜ੍ਹ ਕੇ ਕਲਮਾ ਪੜ੍ਹ ਕੇ ਹਲਾਲ ਕੀਤਾ ਉਹ ਨਹੀਂ ਖਾਣਾ। ਹੁੱਕਾ ਹਲਾਲੋ ਹਜਾਮਤ, ਕੇਸਾਂ ਦੀ ਬੇਅਦਬੀ ਕਿਤੋਂ ਵੀ ਨਹੀਂ ਕਰਨੀ। ਉਸ ਤਰ੍ਹਾਂ ਦਾ ਆਪਾਂ ਕੰਘਾ ਕਰਦੇ ਹਾਂ, ਟੁੱਟਦੇ ਆ ਕੇਸ, ਪਰ ਜਾਣ ਬੁੱਝ ਕੇ ਬੇਅਦਬੀ ਨਹੀਂ ਕਰਨੀ, ਜਿਵੇਂ ਭਰਵੱਟੇ ਬਣਾ ਲਏ ਜਾਂ ਦਾੜੀ ਨੂੰ ਉਹ ਵਲਜੇ ਪਵਾ ਲਏ ਜਾਂ ਇਸ ਤਰ੍ਹਾਂ ਆਦਿਕ ਜਾਣ ਬੁੱਝ ਕੇ ਨਹੀਂ ਕਰਨਾ। ਹਰਾਮ ਨਹੀਂ ਭੋਗਣਾ, ਪਰ ਨਾਰੀ ਨੂੰ ਭੋਗਣਾ ਇਹ ਸਭ ਤੋਂ ਵੱਡਾ ਗੁਨਾਹ ਹੈ। ਇਸਤਰੀ ਦਾ ਧਰਮ ਹੈ ਕਿ ਪਰਾਏ ਪੁਰਸ਼ ਦਾ ਸੰਗ ਨਹੀਂ ਕਰਨਾ, ਜਿਹਦੇ ਲੜ ਲੱਗੀ ਹੈ ਉਹਦੇ ਹੋ ਕੇ ਰਹਿਣਾ। ਸਿੰਘ ਦਾ ਕਰਮ ਹੈ ਜਿਹਨੂੰ ਲੜ ਲਾਇਆ ਪੱਲਾ ਫੜਾਇਆ, ਸਦਾ ਵਾਸਤੇ ਉਹਦੇ ਹੋ ਕੇ ਰਹਿਣਾ, ਉਹਦੇ ਨਾਲ ਬੇਵਫਾਈ ਕਦੇ ਨਹੀਂ ਕਰਨੀ। ਇਹ ਮਹਾਰਾਜ ਨੇ 4 ਵਜਰ ਕਰੈਤਾਂ ਤੋਂ ਸਾਨੂੰ ਰੋਕਿਆ ਕਿ ਜੇ ਕੋਈ ਕਰਦਾ ਤੇ ਉਹ ਮੇਰਾ ਸਿੱਖ ਨਹੀਂ ਹੈ। ਸੋ ਜਿਸ ਤਰ੍ਹਾਂ ਕਿ ਅਸੀਂ ਮਟੀਰੀਅਲਿਸਟਿਕ ਯੁੱਗ ਵਿੱਚ ਰਹਿੰਦੇ ਹਾਂ, ਪਦਾਰਥਵਾਦੀ ਯੁੱਗ ਹੋ ਗਿਆ ਹੈ, ਇਸ ਵਿੱਚ ਜਦੋਂ ਸਮਾਂ ਸਾਡੇ ਅਨੁਕੂਲ ਨਹੀਂ ਹੁੰਦਾ ਜਾਂ ਕੋਈ ਸਥਿਤੀ ਸਾਡੇ ਅਨੁਕੂਲ ਨਹੀਂ ਹੁੰਦੀ, ਤਾਂ ਉਸ ਸਮੇਂ ਅਸੀਂ ਕਹਿ ਦਿੰਦੇ ਹਾਂ ਕਿ ਕਲਯੁੱਗ ਦਾ ਪ੍ਰਭਾਵ ਹੈ, ਸਤਯੁੱਗ ਨਹੀਂ ਰਹਾ। ਅਸਲ ਵਿੱਚ ਇਹ ਕਲਯੁੱਗ ਤੇ ਸਤਯੁੱਗ ਹੈ ਕੀ? ਦੇਖੋ, ਕਲਯੁੱਗ ਰਥ ਅਗਨ ਕਾ ਕੂੜ ਕੀਰਤਵਾ, ਝੂਠ ਜਿਹੜਾ ਇਹਨੂੰ ਚਲਾਉਂਦਾ ਹੈ, ਤੇ ਅਗਨ ਜਿਹੜਾ ਹੰਸ ਹੇਤ ਲੋਭ ਕੋ ਵਿਚਾਰੇ ਨਦੀਆਂ ਅੱਗ। ਖੈਰ ਮੈਂ ਉਹਦਾ ਜ਼ਿਆਦਾ ਵਿਸਤਾਰ ਨਾ ਕਰਾਂ। ਇਹ ਮਰਜ਼ਾਦਾ ਹੈ ਕਲਯੁੱਗ ਦੀ। ਅਮਰੀਕਾ ਦੇ ਵਿੱਚ ਕੋਈ ਦੂਜਾ ਬਾਹਰਲਾ ਮੁਲਕ ਇੰਟਰਫੇਰੈਂਸ ਕਰੇ, ਦਖਲਅੰਦਾਜ਼ੀ ਕਰੇ, ਆਪਣਾ ਸਿੱਕਾ ਚਲਾਉਣ ਦੀ ਕੋਸ਼ਿਸ਼ ਕਰੇ, ਆਪਣਾ ਝੰਡਾ, ਤੇ ਉਹ ਨਹੀਂ ਬਰਦਾਸ਼ਤ ਕਰੂਗਾ। ਇਸੇ ਤਰ੍ਹਾਂ ਕਲਯੁੱਗ ਜਿਹੜਾ ਹੈ, ਗੁਰੂ ਦੀ ਮੱਤ ਗੁਰ ਮਰਜ਼ਾਦਾ ਅਨੁਸਾਰ ਚੱਲਣ ਵਾਲੇ ਜਿਹੜੇ ਗੁਰੂ ਕੇ ਸਿੱਖ ਹਨ, ਉਹਨਾਂ ਨੂੰ ਆਪਣੇ ਰਾਜ ਦੇ ਵਿੱਚ ਉਹ ਨਹੀਂ ਪਾਉਂਦਾ। ਉਹ ਕਲਯੁੱਗ ਉਹਨਾਂ ਦੇ ਆਣ ਕੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਕਲਯੁੱਗ ਆਇਆ ਸੀਗਾ, ਹੱਥ ਵਿੱਚ ਉਹਨੇ ਆਪਣਾ ਪਿਸ਼ਾਬ ਵਾਲਾ ਇੰਦਰੀ ਪਕੜੀ ਹੈ ਤੇ ਇਸੇ ਤਰ੍ਹਾਂ ਮੂੰਹ ਵਿੱਚ ਮਾਸ ਦੀ ਬੋਟੀ ਰੱਖੀ ਹੋਈ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਓਏ ਇਹ ਕੀ ਭੇਖ ਧਾਰ ਕੇ ਆ ਗਿਆ ਨੰਗਾ ਹੋ ਕੇ, ਤੇ ਹਵਾ ਅਗਨੀ ਦੀ ਚਲਾ ਕੇ। ਕਹਿਣ ਲੱਗਾ, ਮਹਾਰਾਜ ਖਾਣ ਦੇ ਵਿੱਚ ਤੇ ਮੈਂ ਇਹ ਪਾਪ ਕਰਮ ਦੇ ਵਿੱਚ ਹੀ ਦੁਨੀਆ ਨਿਭਾ ਦੇਣੀ ਕਲਯੁੱਗ ਦੀ, ਮੈਂ ਪਾਪ ਹੀ ਵਰਤਾਉਣਾ ਹੈ ਕਲਯੁੱਗ ਵਿੱਚ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਵੀ ਜਿਹੜਾ ਮੇਰਾ ਸਿੱਖ ਹੋਵੇਗਾ ਉਹ ਇਹਨਾਂ ਸਵਾਦਾਂ ਦੇ ਰਸਾਂ ਕਸਾਂ ਤੋਂ ਬਾਹਰ ਰਹੇਗਾ। ਕਿਉਂਕਿ ਜੇ ਆਪਾਂ ਨਿਰੇ ਮਾਸ ਦੀ ਗੱਲ ਕਰੀਏ, ਮਹਾਰਾਜ ਕਹਿੰਦੇ ਰਸ ਹੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਹੋਇਨਾ ਰਸ ਘੋੜੇ ਮੰਦਰ, ਰਸ ਖੁਸ਼ੀਆਂ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟਨਾ ਬਨਵਾਸ। ਇਹ ਰਸ ਜਿਹੜੇ ਨੇ ਸਾਰੇ ਮਾੜੇ ਨੇ। ਆਪਣੇ ਪੇਟ ਦੀ ਪੂਰਤੀ ਕਰਨ ਵਾਸਤੇ, ਇਸ ਸਰੀਰ ਨੂੰ ਚੱਲਦੇ ਰੱਖਣ ਵਾਸਤੇ ਕੋਈ ਵਸਤੂ ਖਾਣੀ ਉਹ ਗੁਨਾਹ ਨਹੀਂ ਹੈ, ਪਰ ਆਪਣੇ ਜਵਾਨ ਦੇ ਸਵਾਦਾਂ ਵਾਸਤੇ ਕੋਈ ਜਿਹੜਾ ਕਰਨਾ ਇਹ ਗੁਨਾਹ ਹੈ। ਇਹ ਕਲਯੁੱਗ ਹੈ, ਇਹ ਕਲਯੁੱਗ ਦਾ ਪਾਪ ਹੈ। ਸਤਯੁੱਗ ਹੈ ਗੁਰਮੁਖਤਾਈ ਵਿੱਚ ਰਹਿਣਾ, ਨਿਮਰਤਾ ਦੇ ਨਾਲ ਰਹਿਣਾ। ਜਿਵੇਂ ਸੱਚੇ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸੂਲੀ ਚੜਾ ਕੇ ਲਿਆਇਆ ਪ੍ਰਿਥੀ ਚੰਦ ਮਹਾਰਾਜ ਦਾ ਭਰਾ ਹੀ, ਤੇ ਪਹਿਲੀ ਵਾਰੀ ਤੇ ਬਾਬੇ ਬੁੱਢੇ ਸਾਹਿਬ ਦੇ ਬਚਨ ਸੀ, ਜਦੋਂ ਮਾਤਾ ਗੰਗਾ ਜੀ ਪੁੱਤਰ ਦਾ ਵਰ ਲੈਣ ਗਏ, ਘੋੜੇ ਗੜਬੈਲਾਂ ਨਾਲ ਜਾਂਦੇ, ਘੜਿਆਲ ਵੱਜਦੇ ਜਾਂਦੇ, ਜਾਨਵਰ ਪੰਛੀ ਜਿਹੜੇ ਆ ਬੀੜ ਸਾਹਿਬ ਦੇ ਉੱਡੇ ਬੜੇ ਭਿਆਨਕ ਖੜਕੇ ਦੇ ਨਾਲ। ਬਾਬਾ ਜੀ ਕਹਿਣ ਲੱਗੇ ਆਪਣੇ ਪਿਆਰਿਆਂ ਨੂੰ, ਸਿੱਖਾਂ ਨੂੰ, ਸੇਵਾਦਾਰਾਂ ਨੂੰ, ਭਾਈ ਆਹ ਆਵਾਜ਼ਾਂ ਕਿੱਧਰੋਂ ਆ ਰਹੀਆਂ? ਕਹਿਣ ਲੱਗੇ ਜੀ ਗੁਰੂ ਕੀ ਆ ਰਹੇ ਨੇ। ਬਾਬਾ ਬੁੱਢਾ ਸਾਹਿਬ ਕਹਿੰਦੇ ਗੁਰੂ ਕੀਆਂ ਨੂੰ ਭਾਜੜਾਂ ਕਿੱਥੋਂ ਪੈ ਗਈਆਂ? ਤੇ ਇਸ ਵਾਸਤੇ ਉਹ ਮਹਾਰਾਜ ਦੇ ਬਚਨ ਵੀ ਪੂਰੇ ਕਰਨੇ ਸੀਗੇ। ਜਦੋਂ ਕੋਲ ਆਏ ਤੇ ਕਹਿਣ ਲੱਗੇ ਮਾਤਾ ਜੀ ਵੀ ਪਾਤਸ਼ਾਹ ਬਾਬਾ ਜੀ ਸਾਨੂੰ ਤੇ ਸਤਿਗੁਰਾਂ ਨੇ ਭੇਜਿਆ ਪੁੱਤਰ ਵਾਸਤੇ। ਕਹਿਣ ਲੱਗੇ ਪੁੱਤਰਾਂ ਦੀਆਂ ਦਾਤਾਂ ਤੇ ਆਪ ਦੇਣ ਵਾਲੇ ਆ, ਮੇਰੇ ਕੋਲ ਤਾਂ ਐਵੇਂ ਭੇਜਤਾ ਤੁਹਾਨੂੰ। ਤੇ ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਨੇ ਤੇ ਸਾਨੂੰ ਜਵਾਬ ਦੇ ਦਿੱਤਾ। ਕਹਿਣ ਲੱਗੇ ਗਏ ਕਿਵੇਂ ਸੀ? ਦੱਸਿਆ ਇਸ ਤਰ੍ਹਾਂ ਗਏ ਸੀ। ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ, ਨਿਮਾਣੇ ਹੋ ਕੇ ਜਾਓ, ਨਿਮਰਤਾ ਨਾਲ। ਆਪ ਚੱਕੀ ਝੋਈ, ਆਪ ਆਟਾ ਮਿੱਸਾ ਪਕਾ ਬਣਾਇਆ, ਗੁੰਨਿਆ, ਮਿੱਸੇ ਪ੍ਰਸ਼ਾਦੇ ਦਹੀਂ ਲੱਸੀ ਨਾ ਕੇ ਗਏ ਮਾਤਾ ਜੀ, ਤੇ ਸਤਿਗੁਰਾਂ ਨੇ ਵਰ ਦਿੱਤੇ। ਉਹ ਜਿਹੜਾ ਬਚਨ ਸੀ ਨਾ ਬਾਬਾ ਬੁੱਢਾ ਸਾਹਿਬ ਦਾ ਵੀ ਗੁਰਾਂ ਨੂੰ ਭਾਜੜਾਂ ਕਿੱਥੋਂ ਪੈ ਗਈਆਂ, ਉਹ ਪੂਰਾ ਕਰਨ ਵਾਸਤੇ ਪ੍ਰਿਥੀ ਚੰਦ ਦੇ ਸੂਲੀ ਦੇ ਚੜਾ ਕੇ ਲਿਆਉਣ ਤੋਂ ਮਹਾਰਾਜ ਕਹਿਣ ਲੱਗੇ ਚਲੋ ਬਈ ਆਪਾਂ ਮਹਾਂਪੁਰਖਾਂ ਦਾ ਬਚਨ ਰੱਖਣਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਗੁਰੂ ਕੀ ਵਡਾਲੀ ਚਲੇ ਗਏ। ਪ੍ਰਿਥੀ ਚੰਦ
इधर उधर धक्के खा के मुड़ गया। दूजी वारी फिर ये प्रिथी चंद जिहड़ा है वो सुली नूं पैसे दे के ले आया। संगतां ने कहा महाराज सुली तो फिर चढ़िया आउंदा, दिल्लीओं चिट्ठी आई। महाराज कहण लगे नहीं असीं हुण नहीं जाना, हुण मुकाबला करांगे। पातशाह कहना उहदे फौजां हथियार आदि का। महाराज कहते साडे कोल भी बहुत कुछ, शस्त्र साडे कोल भी है। महल्ले पंजवें दे सरलेख थले सतगुरां ने बाणी उचारी, गरीबी गदा हमारी खन्ना सगल रेण सारी, ते सागे कोई ना टिके वकारी, गुरपूरे ये गल सारी। सो इस तरह साध संगत जी गुरु साहब जी ने ये गुरबाणी की ताकत सानू बख्शिश की, ते जिहदे नाल वो जिहड़ा सुलह मूआ होए नपाक घोड़ा बेसता भज गया। आवा लगा होया सी इट्टां दा, जिवें हुण दे पट्ठे ने, पहलां आवियां लाउंदे सीगे, आवे लाउणे, उहदे विच इट्टां पकड़ियां, निक्कियां इट्टां हुंदियां सी। घोड़ा उत्ते जा चढ़िया ते वो सुली जिहड़ा सी मर गया। ऐ सच्चे पातशाह महाराज ने कृपा की। सतगुरां दा वो बाबा बुढ़ा साहब का बचन जिहड़ा वो भी रखिया ते उस पापी नूं नपाक करके मारिया। हाँ जी। सो बहुत ही सोहने शब्दों में खालसा ने दस्सिया सतयुग की है, कलयुग की है, तो इसका की प्रभाव है। इस पदार्थवादी युग के विच सुख शांति बहुत ही घट घरां विच मिलती है, जिसनों कि किसी हद तक एक आगू की अगुवाई भी इफैक्ट करती है, प्रभाव पाती है। गुरु नानक साहब जी ने अगुवाई की, भाई बाला जी ते भाई मरदाना जी। जे असीं देखीए तो एक हिंदू धर्म तो मुसलमान धर्म जो हमेशा या सनातन धर्म आपस में लड़ते रहते सन, एक छत के थले इकट्ठे हो गए तो अगे चले कि इस तरह खालसे की अगुवाई इस संसार को सोहना बनाने में किस तरह अपना योगदान पा सकती है। मैं जिवें पहलां शुरू च बेनती की है, किसी व्यक्ति की अगुवाई नहीं है पंथ खालसे, ये अगुवाई धन गुरु ग्रंथ साहब महाराज की है। तो गुरु ग्रंथ साहब जी कोई शंका यह जिहा नहीं मन में जिहदा वो निवृत्ति नहीं करते। बाणी पढ़िए, मन में फुरना लैके उस वेले सतगुरु जी अपने श्री मुख वाग तो उस बचन का संसा दूर कर देंगे हैं जी। सो बहुत ही वधिया खालसे की अगुवाई किसी इंसान की नहीं, किसी शरीर की नहीं, खुद उस अकाल की है, तो वह अकाल खुद साड़ी अगुवाई करता है। इसे का जो असीं संसार में रहते हाँ तो यह कह दिता जाता है कि संसारिक विद्या को कोई प्रैफरेंस नहीं देनी चाहिए, या संसार विद्या की अहमियत नहीं। कि संसारिक विद्या तो अध्यात्मिक विद्या का आपस में सुमेल हो सकता है? जे हो सकता है तो यह किस तरह इस दुनिया को सोहना बना सकती है या सेध दे सकती है? बेनती ये है भाई, विद्या विचारी तां पर उपकारी गुरबाणी के बचन हाँ। संसारी विद्या पहला जरूरी है पढ़नी, क्योंकि जो सतगुरु धन गुरु नानक पातशाह ने विद्या शुरू की वो साध संगत जी संसारी विद्या सी। वो एका जिहड़ा पाया एक ओंकार, वो एका जिहड़ा वो संसारी विद्या का ही है। सो इस वास्ते संसारी विद्या पढ़ांगे तां ही धार्मिक विद्या पढ़ सकते हैं। जे आपां संसारी विद्या नहीं पढ़ी, धार्मिक विद्या किवें पढ़ांगे? संसारी विद्या पढ़ांगे तो ऊड़ा ऐड़ा ईड़ी सस्सा फिर वो जोड़ फिर गुरबाणी पढ़ सकांगे। जे संसारी विद्या की घाट होगी तो असीं गुरबाणी शुद्ध नहीं पढ़ सकांगे। सच्चे पातशाह महाराज ने बख्शिश की है, विद्या विचारी तां पर पुकारी। अपना भला करना तो जिहड़ा आपदा भला नहीं कर सकता किसी का की करूँगा। इस करके जिथे ब्रह्म विद्या है उत्थे पहला संसारी विद्या है। गुरु नानक पातशाह ने आप एका लिख के अंक लिख के ते साध संगत जी ये विद्या जिहड़ी है वो पढ़न दा करन दा महाराज ने हुक्म किया। जे पांदे कोल पिता जी ने भेजिया, उत्थे महाराज कहा बाबा इहो लेखा लिख जान। सो इतिहासक मैं ज़्यादा ना विस्तार करा। ये संसारी विद्या बहुत जरूरी है। संसारी विद्या पढ़ के ही गुरबाणी पढ़ी जा सकती है। संसारी विद्या पढ़ के ही कुरान पढ़िया जा सकता है। संसारी विद्या पढ़ के वेद शास्त्र आदि पढ़े जा सकते हैं। संसारी विद्या पढ़ के ही सो सिमरन अभ्यास जिहड़ा है, क्योंकि जे पढ़ना ही ना आया तो वह मूल मंत्र नानक होसी पी सच तक। इस तरह वाहिगुरु गुर मंत्र शब्द जिहड़ा है ये संसारी विद्या पढ़े तो बिना असी नहीं उत्थे पहुँच सकते, गुरबाणी नहीं पढ़ सकते। गुरबाणी पढ़ने वास्ते सानू संसारी विद्या होना जरूरी है। ते नाल संसारी विद्या तो बिना असी संसार दे विच भी विचर नहीं सकते, क्योंकि इसे करके नू संसारी विद्या कहा कि संसारी विद्या नाल ही संसार विच विचरिया जा सकता है। बहुत ही वधिया तरीके दे नाल सिंह साहब ज्ञानी प्रताप सिंह जी ने सानू दस्सिया कि संसारिक विद्या दे नाल ही अध्यात्मिक विद्या ते पढ़िया जा सकता है तो उसका विस्तार किया जा सकता है। अपने अपने धर्म को एक सोहने तरीके नाल चलाया जा सकता है। जिवें फुलवाड़ी के फुल होंदे हैं तो एक बाग में सारे इकट्ठे रह सकते हैं। असी बहुत ही धन्नवादी हाँ
ਸਿੰਘ ਸਾਹਿਬ ਜੀ ਦੇ ਤੇ ਰਾਗੀ ਹਰਜੀਤ ਸਿੰਘ ਜੀ ਦੇ, ਜਿਨ੍ਹਾਂ ਨੇ ਸਾਡੇ ਇੱਥੇ ਚੰਨ ਪਾਏ ਤੇ ਸਾਨੂੰ ਬਹੁਤ ਕੁਝ ਸਿੱਖਿਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਅਸੀਂ ਚਾਹੁੰਦੇ ਹਾਂ ਕਿ ਇਹ ਸਾਰੀਆਂ ਗੱਲਾਂ ਸਾਰਿਆਂ ਤੱਕ ਪਹੁੰਚਣ, ਤਾਂ ਆਪ ਸਾਰੇ ਹੀ ਇਸ ਨੂੰ ਆਨਲਾਈਨ ਇੰਡੀਆ, USA ਤੇ ਪੰਜਾਬ ਦੇ ਕਿਸੇ ਵੀ ਪਲੇਟਫਾਰਮ ਤੋਂ ਸੁਣਿਆ ਜਾ ਸਕਦਾ ਹੈ। ਹੁਣ ਮੈਂ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਿੰਘ ਸਾਹਿਬ ਜੀ ਦੇ ਲਈ 2 ਸ਼ਬਦ ਜ਼ਰੂਰ ਆਖਣ। ਸੋ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ ਹੁਣਾਂ ਨੇ ਜੋ ਧੰਨ ਧੰਨ ਪੁੱਤਰਾਂ ਦੀ ਦਾਨੀ, ਸਰਬੰਸ ਦਾਨੀ, ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦਾ ਜੋ ਸੱਚਖੰਡ ਸਥਾਨ, ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਲੰਬਾ ਸਮਾਂ ਜਿਨ੍ਹਾਂ ਨੇ ਸੋ ਉੱਥੇ ਤਖਤ ਸਾਹਿਬ ਤੇ ਹੈਡ ਗ੍ਰੰਥੀ ਦੀ ਬਤੌਰ ਸੇਵਾ ਕੀਤੀ ਹੈ। ਸਿੰਘ ਸਾਹਿਬ ਜੀ ਨੇ ਬਹੁਤ ਹੀ ਭਰਪੂਰ ਜਾਣਕਾਰੀ, ਬਹੁਤ ਥੋੜੇ ਕੁ ਸਮੇਂ ਦੇ ਵਿੱਚ ਸਾਨੂੰ ਜਿਹੜੇ ਆਪ ਜੀ ਨੇ ਦਰਸ਼ਨ ਕੀਤੇ ਆ, ਕਿੰਨੀ ਭਰਪੂਰ ਜਾਣਕਾਰੀ ਤਖਤ ਸਾਹਿਬ ਦਾ ਜੋ ਇਤਿਹਾਸ ਸੀ, ਕਿਸ ਤਰ੍ਹਾਂ ਕਵੀ ਰਾਜ ਜੀ ਨੇ ਸੋ ਇਹ ਸਾਰਾ ਇਤਿਹਾਸ ਕਿੱਦਾਂ ਉਹ ਦੱਸਿਆ ਕਿ ਮਹਾਰਾਜ ਸਾਹਿਬ ਜਿਸ ਵੇਲੇ ਨਿਗਰੀ ਨਾ ਘਟ ਗਏ, ਕਿਸ ਤਰ੍ਹਾਂ ਜਾ ਕੇ ਮਹਾਰਾਜ ਸਾਹਿਬ ਨੇ ਆਪਣਾ ਸਤਿਯੁਗ ਦਾ ਸਥਾਨ ਜਿਹੜਾ ਪ੍ਰਗਟ ਕੀਤਾ। ਸੋ ਸਿੰਘ ਸਾਹਿਬ ਜੀ ਹੁਣਾਂ ਨੇ ਜਿੱਥੇ ਹੈਡ ਗ੍ਰੰਥੀ ਦੀ ਬਤੌਰ ਸੇਵਾ ਕੀਤੀ, ਉੱਥੇ ਸਿੰਘ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਜੀ ਨੇ ਬਹੁਤ ਬਖਸ਼ਿਸ਼ ਕੀਤੀ ਆ। ਸੋ ਸਿੰਘ ਸਾਹਿਬ ਜੀ ਹੱਥ ਲਿਖਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਸਰੂਪ ਜੀ, ਉਹਦੀ ਵੀ ਜਿਹੜੀ ਸੇਵਾ ਆ ਸਿੰਘ ਸਾਹਿਬ ਜੀ ਕੋ ਮਹਾਰਾਜ ਸਾਹਿਬ ਜੀ ਨੇ ਲਈ ਆ, ਤੇ ਉਹਦੇ ਵੀ ਅਸੀਂ ਆਪ ਜੀ ਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਦਰਸ਼ਨ ਜਿਹੜੇ ਆ ਉਹ ਕਰਾਵਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਸਿੰਘ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਖਾਲਸਾ ਪੰਥ ਦੀ ਝੋਲੀ ਦੇ ਵਿੱਚ ਉਹ ਜੋ ਸਤਿਗੁਰੂ ਸਾਹਿਬ ਜੀਆਂ ਦੇ ਸਰੂਪ ਹਨ, ਉਹ ਧੰਨ ਬਾਬਾ ਬਿਧੀ ਚੰਦ ਸਾਹਿਬ ਜੀਆਂ ਦੇ ਜੋ 12ਵੇਂ ਜਾਨ ਸਿੰਘ ਸਾਹਿਬ, ਬਾਬਾ ਅਵਤਾਰ ਸਿੰਘ ਜੀ, ਸਾਰੇ ਪੰਥ ਦੇ ਸਹਿਯੋਗ ਦੇ ਨਾਲ ਉਹ ਭੇਟਾ ਕਰਨਗੇ। ਤੇ ਇਹ ਵੀ ਗੁਣ ਸਿੰਘ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਜੀ ਨੇ ਬਹੁਤ ਬਖਸ਼ਿਸ਼ ਕੀਤਾ ਹੈ। ਉਹ ਜਿਹੜੀ ਸਿੰਘ ਸਾਹਿਬ ਜੀ ਲਗਾਤਾਰ ਜੋ ਗੁਰੂ ਸਾਹਿਬ ਜੀਆਂ ਦੇ ਸਰੂਪ ਦੀ ਲਿਖਾਈ ਆ ਉਹ ਕਰ ਰਹੇ ਆ, ਤੇ ਉਹ ਸਿੰਘ ਸਾਹਿਬ ਜੀ ਦਾ ਇਹੀ ਆ ਕਿ ਵੱਧ ਤੋਂ ਵੱਧ ਇਹ ਜੋ ਸਾਡਾ ਪੁਰਾਣਾ ਵਿਰਸਾ ਹੈ, ਜੋ ਸਤਿਗੁਰੂ ਸਾਹਿਬ ਜੀ ਦੇ ਕਾਲ ਤੋਂ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ 4 ਸਰੂਪ ਆਪ ਹੱਥ ਲਿਖ ਕਰਕੇ ਤੇ ਤਖਤ ਸਾਹਿਬਾਨ ਤੇ ਅੱਜ ਵੀ ਉਹ ਵਿਰਾਜਮਾਨ ਹਨ। ਸੇ ਇਸੇ ਤਰ੍ਹਾਂ ਹੀ ਸਿੰਘ ਸਾਹਿਬ ਜੀ ਇਹ ਮਹਾਨ ਸੇਵਾਵਾਂ, ਹੋਰ ਵੀ ਬਹੁਤ ਸੇਵਾਵਾਂ ਸਿੰਘ ਸਾਹਿਬ ਜੀ ਉਹ ਕਰ ਰਹੇ ਆ। ਅਸੀਂ ਸਿੰਘ ਸਾਹਿਬ ਜੀ ਦਾ ਇੱਥੇ ਪਹੁੰਚਣ ਤੇ ਸਮੁੱਚੀਆਂ ਸੰਗਤਾਂ ਵੱਲੋਂ ਨਾਲ ਅਤੀ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਜਿੰਨੇ ਵੀ ਸਿੰਘ ਆਏ ਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੰਤ ਵਿੱਚ ਇਹੀ ਅਰਦਾਸ ਕਰਦੇ ਹਾਂ ਕਿ ਇਹੋ ਜਿਹਾ ਗੁਰਮੁਖ ਪਿਆਰੇ, ਇਹੋ ਜਿਹੀਆਂ ਰੰਗ ਰਤਰੀਆਂ ਰੂਹਾਂ ਸਦਾ ਹੀ ਇਸ ਅਸਥਾਨ ਤੇ ਆ ਕੇ ਤੇ ਚਰਨ ਬਖਸ਼ਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਣਾ ਬਣਾਵੇ ਨਿਹਾਲ ਹੋ ਜਾਵੇ।